ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਜਿਵੇਂ ਕਿ ਕੱਲ ਆਪਾਂ ਵਿਚਾਰਿਆ ਸੀ ਕਿ ਕੱਲ ਨੂੰ 9 ਜਨਵਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਆਪਾਂ ਦਸਮ ਗ੍ਰੰਥ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਹੈ, ਜੋ ਕਿ ਉਹਨਾਂ ਆਪ ਇਹ ਗਿਆਨ ਬਖਸ਼ਿਸ਼ ਕੀਤਾ ਹੈ ਕਿ ਕਿਉਂ ਸਾਨੂੰ ਸੰਸਾਰ ਦੇ ਵਿੱਚ ਆਉਣਾ ਪਿਆ, ਕਿਵੇਂ ਜਿਸ ਅਵਸਥਾ ਦੇ ਵਿੱਚ ਪਰਮੇਸ਼ਰ ਨੇ ਸਾਨੂੰ ਭੇਜਿਆ, ਉਹ ਅਵਸਥਾ ਦੇ ਵਿੱਚ ਕਿਵੇਂ ਅਸੀਂ ਉਸ ਦੇ ਲਾਇਕ ਹੋਏ, ਕਿਵੇਂ ਪਰਮੇਸ਼ਰ ਨੇ ਖੁਸ਼ ਹੋ ਕੇ ਸਾਨੂੰ ਆਪਣਾ ਪੁੱਤਰ ਥਾਪ ਕੇ ਭੇਜਿਆ। ਉਹ ਸਾਰਾ ਹੀ ਆਪਾਂ ਵਿਚਾਰ ਕਰਾਂਗੇ। ਵਿਚਿੱਤਰ ਨਾਟਕ ਦਾ ਨਾਂ ਦਿੱਤਾ ਗਿਆ ਹੈ ਜੋ ਇਹ ਬਾਣੀ ਹੈ, ਜਿਸ ਦਾ 6ਵਾਂ ਭਾਗ ਹੈ। ਦਸਮ ਗ੍ਰੰਥ ਦੇ ਵਿੱਚ ਵਿਚਿੱਤਰ ਨਾਟਕ 10 ਭਾਗ 6ਵਾਂ ਜਿਹੜੀ ਇਹ ਬਾਣੀ ਹੈ, ਇਸ ਨੂੰ ਵਿਚਿੱਤਰ ਨਾਟਕ ਦਾ ਨਾਂ ਕਿਉਂ ਦਿੱਤਾ ਗਿਆ ਹੈ? ਕਿਉਂਕਿ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਕਿਉਂਕਿ ਅਸੀਂ ਜੋ ਲੋਕ ਹਾਂ, ਆਪਾਂ ਸੰਸਾਰੀ ਲੋਕ ਹਾਂ, ਆਪਾਂ ਚਿੱਤਰ ਤੱਕ ਸੀਮਤ ਹਾਂ। ਜਿਵੇਂ ਆਪਣੇ ਸਾਰਿਆਂ ਦੇ ਵੀ ਇੱਕ ਚਿੱਤਰ ਨੇ, ਆਪਣੇ ਇੱਕ ਰੂਪ ਨੇ, ਸਾਰਿਆਂ ਦਾ ਵੱਖਰਾ ਵੱਖਰਾ ਰੂਪ ਹੈ, ਜੋ ਕਿ ਜਨਮਦਾ ਹੈ, ਮਾਤਾ ਦੇ ਗਰਭ ਦੇ ਵਿੱਚ ਤਿਆਰ ਹੁੰਦਾ ਹੈ, ਫਿਰ ਜਨਮ ਲੈਂਦਾ ਹੈ, ਫਿਰ ਜਨਮ ਦੇ ਵਿੱਚ ਬਾਲ ਅਵਸਥਾ, ਫਿਰ ਜਵਾਨੀ, ਫਿਰ ਬੁਢੇਪਾ, ਤੇ ਫਿਰ ਇਹ ਨਾਸ ਹੋ ਜਾਂਦਾ ਹੈ। ਜਿਹੜੇ ਆਪਾਂ ਸਾਰਿਆਂ ਦਾ ਵੱਖਰਾ ਵੱਖਰਾ ਰੂਪ ਹੈ ਆਪਣਾ, ਜਿਸ ਦੇ ਆਪਾਂ ਚਿੱਤਰ ਬਣਾ ਸਕਦੇ ਹਾਂ, ਜਿਸ ਦੀ ਫੋਟੋ ਆ ਜਾਂਦੀ ਹੈ। ਲੇਕਿਨ ਜੋ ਸਾਡਾ ਮਨ ਹੈ, ਜਿਸ ਨੇ ਭਗਤੀ ਕਰਨੀ ਹੈ, ਉਹ ਵਿਚਿੱਤਰ ਹੈ, ਉਸ ਦਾ ਕੋਈ ਚਿੱਤਰ ਨਹੀਂ ਹੈ, ਚਿੱਤਰ ਤੋਂ ਰਹਿਤ ਹੈ। ਤੇ ਜਿਹੜਾ ਵਿਚਾਰ ਹੈ, ਇਹ ਵਿਚਿੱਤਰ ਨਾਟਕ ਹੈ। ਵਿਚਿੱਤਰ ਦਾ ਗਿਆਨ ਦਿੱਤਾ ਗਿਆ ਹੈ, ਮਨ ਦਾ ਗਿਆਨ ਦਿੱਤਾ ਗਿਆ ਹੈ। ਇਸ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਸਤਿਗੁਰੂ ਜੀ, ਕਿਉਂਕਿ ਇੱਕ ਜਨਮ ਲੈਂਦੀ ਹੈ ਇੱਕ ਚੀਜ਼, ਇੱਕ ਪ੍ਰਕਾਸ਼ ਹੁੰਦੀ ਹੈ, ਪ੍ਰਗਟ ਹੁੰਦੀ ਹੈ। ਆਪਾਂ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ,
ਪ੍ਰਗਟ ਦਿਹਾੜਾ ਮਨਾਉਂਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝਾ ਰਹੇ ਨੇ ਚੌਪਈ ਦੇ ਵਿੱਚ। ਚੌਪਈ ਹੈ ਚੌਥਾ ਪਦ, ਬਚਿੱਤਰ, ਜਿੱਥੇ ਚਿੱਤਰ ਨਹੀਂ ਹਨ, ਜਿੱਥੇ ਬਚਿੱਤਰ ਦੀ ਗੱਲ ਹੈ, ਜਿੱਥੇ ਪ੍ਰਕਾਸ਼ ਹੈ। ਚੌਥਾ ਪਦ ਜਿਹਨੂੰ ਆਪਾਂ ਕਹਿ ਦਈਏ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਬਿਦ ਮੋਹਿ ਆਨੋ। ਵੀ ਜਿਸ ਵਿਧ ਕਰਕੇ ਮੈਂ ਇਸ ਸੰਸਾਰ ਦੇ ਵਿੱਚ ਆਇਆ, ਮੈਨੂੰ ਆਉਣਾ ਪਿਆ, ਉਹ ਮੈਂ ਆਪਣੀ ਕਥਾ ਬਖਿਆਨ ਕਰਦਾ ਹਾਂ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸ਼ੋਭਿਤ ਹੈ ਤਹਾਂ। ਜਿਵੇਂ ਸੰਸਾਰ ਦੇ ਵਿੱਚ ਹੇਮਕੁੰਟ ਹੈ, ਜਿੱਥੇ ਆਪਾਂ ਸਾਰੇ ਜੀਵ ਜਾਂਦੇ ਹਾਂ ਦਰਸ਼ਨਾਂ ਦੇ ਵਾਸਤੇ, ਜਿਸ ਨੂੰ ਕਿ ਇਤਿਹਾਸ ਜਾਂ ਜਿਹੜਾ ਇਹ ਅੱਜ ਦਾ ਗਿਆਨ ਹੈ, ਜਿਸ ਬਾਰੇ ਦੱਸਦੇ ਨੇ ਕਿ ਕਿਸੇ ਗੁਰਸਿੱਖ ਨੇ ਇਸ ਸਥਾਨ ਨੂੰ ਲੱਭਿਆ ਹੈ, ਹੇਮਕੁੰਟ ਸਾਹਿਬ ਨੂੰ, ਜਿੱਥੇ 7 ਚੋਟੀਆਂ ਨੇ। ਕਿਉਂਕਿ ਇੱਥੇ ਪਹਿਲਾਂ ਵੀ ਤੀਰਥ ਬਣੇ ਨੇ, ਜਿੱਥੇ ਹੇਮਕੁੰਟ ਸਾਹਿਬ ਹੈ ਇਸ ਦੇ ਆਲੇ ਦੁਆਲੇ ਇੱਥੇ ਹੋਰ ਵੀ ਤੀਰਥ ਨੇ। ਤੇ ਹੇਮਕੁੰਟ ਨੂੰ ਚੜ੍ਹਦੇ ਆ ਪਹਿਲਾਂ ਵੀ ਥੱਲੇ ਵੀ ਕੁਛ ਧਾਮ ਆਉਂਦੇ ਨੇ। ਤੇ ਇੱਧਰ ਚੌਥੇ ਪਦ ਦਾ ਗਿਆਨ ਹੈ, ਜਿੱਥੇ ਸਰੀਰ ਭਗਤੀ ਨਹੀਂ ਕਰਦਾ, ਜਿੱਥੇ ਮਨ ਦੀ ਭਗਤੀ ਦੀ ਗੱਲ ਹੈ। ਕਿਉਂਕਿ ਇਹ ਆਕਾਰ ਹੈ, ਜਿਵੇਂ ਸਾਡੇ ਸਰੀਰ ਦੇ ਵਿੱਚ ਦੱਸਿਆ ਹੈ ਕਿ ਆਪਣੇ ਵੀ ਇਸ ਮੁੱਖ ਦੇ ਉੱਤੇ 7 ਚੋਟੀਆਂ ਨੇ, ਜਾਂ ਗੁਫਾਵਾਂ ਵੀ ਆਪਾਂ ਕਹਿ ਸਕਦੇ। ਚੋਟੀਆਂ ਦੇ ਉੱਤੇ ਗੁਫਾਵਾਂ ਦੇ ਵਿੱਚ ਭਗਤੀ ਕੀਤੀ ਜਾਂਦੀ ਹੈ। ਤੇ ਇੱਥੇ ਬੈਠ ਕੇ, ਜਿੱਥੇ 7 ਚੋਟੀਆਂ ਨੇ, ਉੱਥੇ ਬੈਠ ਕੇ ਇਹ ਭਗਤੀ ਕੀਤੀ ਹੈ। ਕਿਉਂਕਿ ਇੱਕ ਸਰੀਰ ਜੰਮਦਾ ਹੈ, ਸਰੀਰ ਸਾਰਿਆਂ ਦਾ ਹੈ, ਜਿਹੜਾ ਇੱਕ ਕੱਪੜਾ ਹੈ। ਸਾਰੇ ਜਦੋਂ ਬੱਚੇ ਜਨਮ ਲੈਂਦੇ ਨੇ, ਸਾਰੇ ਹੀ ਇੱਕ ਕੋਰੇ ਕਾਗਜ਼ ਦੀ ਨਿਆਈ ਹੁੰਦੇ ਨੇ। ਫਿਰ ਜਿਹੋ ਜਿਹਾ ਇੱਥੇ ਆ ਕੇ ਜੀਵ ਗਿਆਨ ਲੈਂਦਾ ਹੈ, ਮਾਤਾ ਪਿਤਾ ਦਾ ਸੰਗ ਕਰਦਾ ਹੈ, ਮਾਤਾ ਪਿਤਾ ਗਿਆਨ ਦਿੰਦਾ ਹੈ, ਫਿਰ ਸਕੂਲ ਦੇ ਵਿੱਚ ਜਾਂਦਾ ਹੈ ਬੱਚਾ, ਫਿਰ ਟੀਚਰ ਗਿਆਨ ਦਿੰਦਾ ਹੈ। ਪਹਿਲਾਂ ਪ੍ਰਾਇਮਰੀ ਸਕੂਲ ਦੇ ਟੀਚਰ ਗਿਆਨ ਦਿੰਦੇ ਨੇ, ਪਹਿਲੀਆਂ ਕਲਾਸਾਂ ਦੇ, ਜਿਵੇਂ ਅੱਜ ਦੇ ਟਾਈਮ ਦੇ ਵਿੱਚ UKG LKG UKG, ਇੱਦਾਂ ਫਸਟ ਸੈਕਿੰਡ ਕਲਾਸਾਂ ਦੇ ਵਿੱਚ। ਫਿਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਵੱਡੀਆਂ ਕਲਾਸਾਂ ਦੇ ਵਿੱਚ ਜਾਂਦਾ ਹੈ, ਹੋਰ ਜ਼ਿਆਦਾ ਗਿਆਨ ਵਾਲੇ ਟੀਚਰ। ਤੇ ਜਿਹੋ ਜਿਹਾ ਗਿਆਨ ਲੈਂਦਾ ਹੈ, ਉਹੋ ਜਿਹਾ ਅੱਗੇ ਬੱਚਾ ਬਣਦਾ ਜਾਂਦਾ ਹੈ। ਤੇ ਇੱਕ ਸਮਾਂ ਆਉਂਦਾ ਹੈ 10th ਤੋਂ ਬਾਅਦ, 10 ਕਲਾਸਾਂ ਕਰਨ ਤੋਂ ਬਾਅਦ, ਫਿਰ ਉਹ ਇੱਕ ਆਪਣਾ ਚੁਣਦਾ ਹੈ ਮੈਂ ਕਿਹੋ ਜਿਹੀ ਅੱਗੇ ਪੜ੍ਹਾਈ ਕਰਨੀ ਹੈ। ਕੋਈ ਮੈਡੀਕਲ ਲੈਂਦਾ ਹੈ, ਨੌਨ ਮੈਡੀਕਲ ਲੈਂਦਾ ਹੈ। ਇੱਦਾਂ ਫਿਰ ਜਿਹੋ ਜਿਹੀ ਉਸਨੇ ਸਿੱਖ ਬਣਨਾ ਹੁੰਦਾ ਹੈ, ਜਿਹੋ ਜਿਹੇ ਟੀਚਰਾਂ ਦਾ ਸੰਗ ਕਰਦਾ ਹੈ, ਮੈਡੀਕਲ ਵਾਲਿਆਂ ਟੀਚਰਾਂ ਤੋਂ ਪੜ੍ਹਾਈ ਕਰਦਾ ਹੈ,
ਨੌਨ ਮੈਡੀਕਲ ਵਾਲਿਆਂ ਤੋਂ ਕਰਦਾ ਹੈ। ਇੱਦਾਂ ਸੰਗਤ ਕਰਦਾ ਕਰਦਾ ਤੇ ਅੱਗੇ ਗਿਆਨ ਲੈ ਕੇ ਕੋਈ ਇੰਜੀਨੀਅਰ ਬਣ ਜਾਂਦਾ ਹੈ, ਕੋਈ ਡਾਕਟਰ ਬਣ ਜਾਂਦਾ ਹੈ, ਕੋਈ ਲਾ ਕਰ ਲੈਂਦਾ ਹੈ, ਵਕੀਲ ਬਣ ਜਾਂਦਾ ਹੈ, ਜੱਜ ਬਣ ਜਾਂਦਾ ਹੈ। ਉਹ ਜਿਹੋ ਜਿਹਾ ਕੁਛ ਆ ਕੇ ਸਿੱਖਦਾ ਹੈ, ਸੰਗਤ ਕਰਦਾ, ਉਹੋ ਜਿਹਾ ਉਸਨੂੰ ਗਿਆਨ ਹੁੰਦਾ ਅਤੇ ਉਹੀ ਜਿਹੀ ਉਸਨੂੰ ਇੱਕ ਪਦਵੀ ਮਿਲ ਜਾਂਦੀ ਹੈ। ਇੱਦਾਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਕਿਉਂਕਿ ਇੱਕ ਐਸੇ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜਿਸ ਦੇ ਵਿੱਚ ਮਾਤਾ ਪਿਤਾ ਉਹਨਾਂ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਦੀ ਪਦਵੀ ਤੇ ਸਨ, ਉਸ ਦਾ ਜੋ ਕਾਰਜ ਨਿਭਾ ਰਹੇ ਸਨ। ਇਸ ਕਰਕੇ ਐਸੇ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਜੋ ਕਿ ਉਹਨਾਂ ਦੇ ਪਹਿਲਾਂ ਵੀ, ਜੇ ਆਪਾਂ ਕਹਿ ਲਈਏ, ਪਿਤਾ ਵੀ, ਦਾਦਾ ਵੀ, ਪੜਦਾਦਾ ਵੀ ਗੁਰੂ ਦੀ ਪਦਵੀ 'ਤੇ ਆਪਣਾ ਇਹ ਜੋ ਉਹਨਾਂ ਨੂੰ ਮਿਲਿਆ ਸੀ ਕਰਮ, ਜੋ ਉਹਨਾਂ ਦੀ ਡਿਊਟੀ ਲਾਈ ਸੀ ਪਰਮੇਸ਼ਰ ਵੱਲੋਂ, ਉਸ ਨੂੰ ਨਿਭਾ ਚੁੱਕੇ ਸਨ। ਤੇ ਤੇਗ ਬਹਾਦਰ ਸਾਹਿਬ ਮਹਾਰਾਜ ਉਦੋਂ ਇਹ ਡਿਊਟੀ ਨਿਭਾ ਰਹੇ ਸਨ ਤੇ ਉਸ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਤੇ ਫਿਰ ਉਹਨਾਂ ਨੂੰ ਜੋ ਗਿਆਨ ਦਿੱਤਾ ਭਗਤੀ ਦਾ, ਤੇ ਫਿਰ ਉਹਨਾਂ ਉਹ ਤਪੱਸਿਆ ਸਾਧੀ, ਜਿਸ ਬਾਰੇ ਸਮਝਾਉਂਦੇ ਨੇ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸ਼ੋਭਿਤ ਹੈ, ਜਿੱਥੇ 7 ਚੋਟੀਆਂ ਸ਼ੋਭਦੀਆਂ ਨੇ। ਸਪਤ ਸ੍ਰਿੰਗ ਤੇ ਨਾਮ ਕਹਾਵਾ, ਵੀ ਉੱਥੇ ਫਿਰ ਜਿੱਥੇ ਸਪਤ ਸ੍ਰਿੰਗ ਨੇ, 7 ਚੋਟੀਆਂ ਨੇ, ਉੱਥੇ ਫਿਰ ਨਾਮ ਦਾ ਗਿਆਨ ਹੋਇਆ। ਪੰਡ ਰਾਜ ਜਹ ਜੋ ਕਮਾਵਾ, ਉੱਥੇ ਫਿਰ ਪ੍ਰਭੂ ਦੇ ਨਾਲ ਜੋਗ ਕੀਤਾ, ਪ੍ਰਭੂ ਦੇ ਨਾਲ ਜੁੜਨਾ ਕੀਤਾ, ਉਸ ਦੇ ਨਾਲ ਆਪਣੀ ਸੁਰਤੀ ਨੂੰ ਜੋੜਨਾ ਕੀਤਾ। ਤੈ ਹਮ ਅਧਿਕ ਤਪੱਸਿਆ ਸਾਧੀ, ਇੱਥੇ ਫਿਰ ਤਪੱਸਿਆ ਕੀਤੀ। ਇੱਥੇ ਤਪੱਸਿਆ ਕਿਸ ਦੀ ਹੈ? ਮਨ ਦੀ। ਮਹਾਕਾਲ, ਕਾਲ ਕਾ ਆਰਾਧੀ, ਕਾਲ ਦੀ ਵੀ ਜਿਹੜਾ ਮਹਾਕਾਲ ਹੈ, ਕਿਉਂਕਿ ਕਾਲ ਸੰਸਾਰ ਹੈ, ਇਸ ਨੂੰ ਪੈਦਾ ਕਰਨ ਵਾਲਾ ਕਾਲਾਂ ਦਾ ਵੀ ਕਾਲ, ਜਿਸ ਨੂੰ ਮਹਾਕਾਲ, ਪਰਮੇਸ਼ਰ ਨੂੰ ਮਹਾਕਾਲ ਕਹਿ ਦਿੱਤਾ। ਜੋ ਕਾਲਾਂ ਨੂੰ ਵੀ, ਜਿਸ ਨੂੰ ਪੜ੍ਹਦੇ ਆ, ਨਮੋ ਸਰਵੰ ਕਾਲੇ, ਨਮੋ ਕਾਲ ਕਾਲੇ, ਨਮਸਤੇ ਦਿਆਲੇ, ਕਾਲਾਂ ਦਾ ਵੀ ਜੋ ਕਾਲ ਹੈ ਮਹਾਕਾਲ, ਉਸ ਦੀ ਆਰਾਧਨਾ ਕੀਤੀ। ਇਹ ਬਿਦ ਕਰਤ ਤਪੱਸਿਆ ਪਇਓ, ਦੁਐ ਤੇ ਏਕ ਰੂਪ ਹੋਏ ਗਇਓ। ਹੁਣ ਪਹਿਲਾਂ ਦੋ, ਕਿਉਂਕਿ ਜਦੋਂ ਜੀਵ ਜਨਮ ਲੈਂਦਾ ਹੈ ਉਸ ਦੀ ਲਿਵ ਟੁੱਟ ਜਾਂਦੀ ਹੈ, ਸਾਡਾ ਮਨ 2 ਤੋਂ 1 ਤੋਂ 2 ਹੋ ਜਾਂਦੀ, ਸਾਡੇ ਮਨ ਦੀ ਜੋਤ 2 ਹੋ ਜਾਂਦੀ ਹੈ। ਇੱਥੇ ਜਦੋਂ ਫਿਰ ਤਪੱਸਿਆ ਕੀਤੀ, ਫਿਰ ਦੁਐ ਤੋਂ 1 ਰੂਪ ਹੋ ਗਿਆ, ਮਾਲਕ ਦਾ ਰੂਪ ਹੋ ਗਿਆ, ਆਪਾ ਖਤਮ ਹੋ ਕੇ ਪ੍ਰਕਾਸ਼ ਰੂਪ ਹੋ ਗਿਆ, 1 ਰੂਪ ਹੋ ਗਿਆ ਪਰਮੇਸ਼ਰ ਦੇ ਨਾਲ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਬਿਦ ਜੋਗ ਸਾਧਨਾ ਸਾਧਾ, ਕਿ ਮੇਰੇ ਮਾਤਾ ਪਿਤਾ ਉਹਨਾਂ ਨੇ, ਉਹ ਵੀ ਅਲਖ ਨੂੰ ਆਰਾਧਦੇ ਸੀ, ਪਰਮੇਸ਼ਰ ਦੀ ਉਹ ਵੀ ਆਰਾਧਨਾ ਕਰਦੇ ਸੀ। ਉਹਨਾਂ ਦੁਆਰਾ ਹੀ, ਗਿਆਨ ਦੁਆਰਾ ਹੀ ਮੈਂ ਵੀ ਇਹ ਸਾਧਨਾ ਸਾਧੀ, ਬਹੁ ਬਿਦ ਜੋਗ ਸਾਧਨਾ ਸਾਧੀ।
ਤਿਨ ਜੋ ਕਰੀ ਅਲਖ ਕੀ ਸੇਵਾ, ਤਾਤੇ ਭਏ ਪ੍ਰਸੰਨ ਗੁਰਦੇਵਾ। ਵੀ ਜਿਵੇਂ ਮੇਰੇ ਮਾਤਾ ਪਿਤਾ ਨੇ ਵੀ ਸੇਵਾ ਕੀਤੀ ਅਲਖ ਦੀ, ਉਹਨਾਂ ਨੇ ਵੀ ਉਸ ਪ੍ਰਭੂ ਦੀ ਭਗਤੀ ਕੀਤੀ ਤੇ ਉਸ ਤੋਂ ਉਹ ਪ੍ਰਸੰਨ ਹੋ ਗਏ। ਪਰਮੇਸ਼ਰ ਗੁਰਦੇਵ ਪ੍ਰਸੰਨ ਹੋ ਗਏ। ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਫਿਰ ਉਸ ਪ੍ਰਭੂ ਨੇ ਮੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ, ਆਉਣ ਦਿੱਤਾ। ਤਬ ਹਮ ਜਨਮ ਕਲੂ ਮੈਂ ਲਿਆ, ਫਿਰ ਮਨ ਆ ਕੇ ਇਸ ਕਾਲ ਦੇ ਦੇਸ਼ ਦੇ ਵਿੱਚ, ਜੋ ਕਾਲ ਦਾ ਦੇਸ਼ ਹੈ, ਇਸ ਮਨ ਆ ਕੇ ਸਰੀਰ ਦੇ ਵਿੱਚ ਪ੍ਰਗਟ ਹੋਇਆ। ਮਨ ਦਾ ਕਿਉਂਕਿ ਇੱਥੇ ਜਨਮ ਆਇਆ ਹੈ। ਜਿਵੇਂ ਮਨ ਤਨ ਦਾ ਜਨਮ ਹੁੰਦਾ ਹੈ, ਮਨ ਦਾ ਪ੍ਰਗਟ ਹੋਣਾ ਹੈ, ਲੇਕਿਨ ਕਿਤੇ ਕਿਤੇ ਗੁਰੂ ਸਾਹਿਬਾਂ ਨੇ ਇਸ ਨੂੰ ਮਨ ਨੂੰ ਵੀ ਜਨਮ ਦਾ ਗੱਲ ਆਖੀ ਹੈ। ਜਿਵੇਂ ਸਿੱਧ ਗੋਸ਼ਟ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਹੈ, ਸਤਿਗੁਰ ਕੈ ਜਨਮੈ ਗਗਨ ਮਟਾਇਆ। ਤੇ ਹੋਰ ਗੁਰਬਾਣੀ ਦੇ ਵਿੱਚ ਆਉਂਦਾ ਹੈ, ਗੁਰ ਪ੍ਰਸਾਦੀ ਸ਼ਿਵ ਘਰ ਜਨਮ ਹੈ। ਸਾਡਾ ਉਸ ਮਾਲਕ ਦੇ ਘਰ ਦੇ ਵਿੱਚ ਗੁਰ ਦੁਆਰਾ ਵੀ ਮਨ ਦਾ ਜਨਮ ਹੋ ਜਾਂਦਾ ਹੈ, ਮਨ ਦਾ। ਪਰ ਉਹ ਕੀ ਹੈ? ਪ੍ਰਕਾਸ਼ ਹੋ ਜਾਣਾ, ਪ੍ਰਗਟ ਹੋ ਜਾਣਾ। ਤੇ ਫਿਰ ਦੱਸਦੇ ਨੇ ਵੀ ਸਾਨੂੰ ਵੀ ਇਸ ਕਲ ਸਰੀਰ ਦੇ ਦੇਸ਼ ਦੇ ਵਿੱਚ ਆ ਕੇ ਇੱਥੇ ਅਸੀਂ ਪ੍ਰਗਟ ਹੋਏ, ਮਨ ਪ੍ਰਗਟ ਹੋਇਆ ਇਸ ਸਰੀਰ ਦੇ ਵਿੱਚ ਆ ਕੇ। ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਚਿਤ ਨਾ ਭਇਓ ਹਮਰੋ ਆਵਨ ਕੈ, ਚਿਤ ਨਹੀਂ ਸੀ ਕਰਦਾ ਸੰਸਾਰ ਦੇ ਵਿੱਚ ਆਉਣ ਨੂੰ। ਜਿਵੇਂ ਆਪਾਂ ਵੀ ਦੇਖਦੇ ਹਾਂ, ਜਦੋਂ ਪਰਮੇਸ਼ਰ ਦੇ ਵਿੱਚ ਧਿਆਨ ਜੁੜ ਜਾਂਦਾ ਹੈ ਤੇ ਫਿਰ ਸੰਸਾਰ ਦੇ ਨਾਲ ਜੁੜਨ ਨੂੰ ਚਿਤ ਨਹੀਂ ਕਰਦਾ, ਕਿਉਂਕਿ ਉੱਥੇ ਆਨੰਦ ਵੱਖਰਾ ਹੈ ਸੰਸਾਰ ਦੇ ਨਾਲੋਂ। ਸੰਸਾਰ ਦੇ ਆਨੰਦਾਂ ਤੋਂ ਕਿਤੇ ਜ਼ਿਆਦਾ ਆਨੰਦ ਹੈ। ਇੱਦਾਂ ਹੀ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਚਿਤ ਨਹੀਂ ਸੀ ਕਰਦਾ ਆਉਣ ਨੂੰ, ਕਿਉਂਕਿ ਸਾਡੀ ਸੁਰਤੀ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਸੀ। ਚੁਭੀ ਰਹੀ ਸੁਰਤ ਪ੍ਰਭ ਚਰਨਾਂ ਨੂੰ ਮੈਂ, ਵੀ ਸੁਰਤ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਸੀ, ਏਕਮਿਕ ਹੋਈ ਸੀ। ਜਿਉ ਤਿਉ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਪਰ ਫਿਰ ਪ੍ਰਭੂ ਨੇ ਸਮਝਾਇਆ, ਤੇ ਜਿਵੇਂ ਸਮਝਾ ਕੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਉਹ ਫਿਰ ਅੱਗੇ ਬਿਆਨ ਕਰਨਗੇ। ਹੁਣ ਵੀ ਕੀ ਸਮਝਾਇਆ ਗੁਰੂ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ, ਤੇ ਫਿਰ ਕਿਵੇਂ ਸੰਸਾਰ ਦੇ ਵਿੱਚ ਕਿਸ ਕਾਰਜ ਵਾਸਤੇ ਭੇਜਿਆ ਹੈ, ਉਹ ਫਿਰ ਇੱਥੇ ਸਮਝਾਉਂਦੇ ਨੇ। ਵੀ ਜਿਹੜੇ ਅਕਾਲ ਪੁਰਖ ਦੇ ਬਚਨ ਨੇ ਕਿਸ ਵਾਸਤੇ, ਜੋ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸਨ, ਅਕਾਲ ਪੁਰਖ ਦੇ ਬਚਨ ਸਨ। ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਆਪ ਨੂੰ ਕੀ ਸਮਝਾਉਂਦੇ ਨੇ, ਕੀ ਸੁਣਾਉਂਦੇ ਨੇ, ਕੀ ਆਪਣੇ ਬਾਰੇ ਦੱਸਦੇ ਨੇ। ਅਕਾਲ ਪੁਰਖ ਬਾਚ ਇਸ ਕੀਟ ਪ੍ਰਥ, ਆਪਣੇ ਆਪ ਨੂੰ ਬਹੁਤ ਨੀਵਾਂ, ਕਿਉਂਕਿ ਇੱਕ ਕੀਟ ਦੱਸਦੇ ਨੇ, ਇੱਕ ਕੀੜਾ ਦੱਸਦੇ ਨੇ, ਕਿਉਂਕਿ ਮੈਨੂੰ ਉਸਨੇ ਆਪਣਾ ਬਣਾਇਆ ਹੈ। ਲੇਕਿਨ ਜਦ ਤੱਕ ਆਪਣੇ ਬਣਾਉਂਦਾ ਨਹੀਂ ਪ੍ਰਭੂ, ਤੇ ਆਪਾਂ ਨੂੰ ਵੀ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਾਂ ਵੀ ਇੱਕ ਕੀੜਿਆਂ ਦੀ ਨਿਆਈ ਹੈ, ਇੱਕ ਕਿਰਮ ਜੰਤ ਹਾਂ। ਉਹ ਆਪਾਂ ਨੂੰ ਕੁਛ ਵੀ ਬਣਾ ਸਕਦਾ ਹੈ, ਜੋ ਪਰਮੇਸ਼ਰ ਹੈ, ਕਿਉਂਕਿ ਉਹ ਕੀੜਿਆਂ ਨੂੰ ਪਾਤਸ਼ਾਹੀ ਥਾਪਦਾ ਹੈ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਮੈਨੂੰ ਬਚਨ ਅਕਾਲ ਪੁਰਖ ਨੇ ਕਹੇ, ਆਪਣੀ ਨਿਮਰਤਾ ਦੇ ਵਿੱਚ ਆ ਕੇ, ਉਸ ਪ੍ਰਭੂ ਦੀ ਦਿਆਲਤਾ ਦੇ ਵਿੱਚ ਆ ਕੇ, ਜੋ ਫਿਰ ਉਹ ਸਾਨੂੰ ਸਮਝਾ ਰਹੇ ਨੇ, ਆਪਣੇ ਆਪ ਨੂੰ ਇੱਕ ਕੀਟ ਸੰਬੋਧਨ ਕਰਕੇ। ਅਕਾਲ ਪੁਰਖ ਬਾਚ ਇਸ ਕੀਟ ਪ੍ਰਤ, ਕਿਹੜੇ ਬਚਨ ਕਹੇ ਸਾਨੂੰ, ਕੀ ਸਮਝਾਇਆ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ। ਜਦੋਂ ਉਹਨਾਂ 'ਤੇ ਖੁਸ਼ ਹੋਏ,
ਸੰਸਾਰ ਵਿੱਚ ਆਉਣ ਵਾਸਤੇ ਉਹਨਾਂ ਨੂੰ ਕਿਹਾ। ਜਦੋਂ ਆਉਣ ਨੂੰ ਕਿਹਾ, ਉਹਨਾਂ ਦੀ ਸੁਰਤ ਜੁੜੀ ਸੀ ਪ੍ਰਭੂ ਦੇ ਚਰਨਾਂ ਦੇ ਵਿੱਚ, ਅਤੇ ਆਉਣਾ ਨਹੀਂ ਸੀ ਚਾਹੁੰਦੇ, ਚਿੱਤ ਨਹੀਂ ਸੀ ਕਰਦਾ, ਪਰ ਹੁਕਮ ਹੋ ਗਿਆ ਉਸ ਪ੍ਰਭੂ ਪਰਮੇਸ਼ਰ ਦਾ, ਅਕਾਲ ਪੁਰਖ ਦਾ। ਅਤੇ ਫਿਰ ਉਹਨਾਂ ਨੂੰ ਜੋ ਸਮਝਾਇਆ, ਜੋ ਕਹਿ ਕੇ ਇੱਥੇ ਸੰਸਾਰ 'ਚ ਭੇਜਿਆ, ਉਹ ਹੁਣ ਚੌਪਈ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਜਬ ਪਹਿਲੇ ਹਮ ਸ੍ਰਿਸ਼ਟ ਬਣਾਈ, ਜਦ ਸਭ ਤੋਂ ਪਹਿਲਾਂ ਕਹਿੰਦੇ ਅਸੀਂ ਸ੍ਰਿਸ਼ਟੀ ਦੀ ਨੂੰ ਸਾਜਿਆ, ਬਣਾਇਆ। ਦਈਅਤ ਰਚੇ ਦੁਸ਼ਟ ਦੁਖਦਾਈ, ਅਸੀਂ ਇਹ ਸੰਸਾਰ ਰਚਿਆ ਜਿਹ 'ਚ ਦੈਂਤ ਵੀ ਰਚ ਦਿੱਤੇ। ਦੁਸ਼ਟ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਨੂੰ ਬਣਾਇਆ। ਸ੍ਰਿਸ਼ਟੀ ਰਚੀ, ਇਹਨਾਂ ਨੂੰ ਸਰੀਰਾਂ 'ਚ ਪਾ ਦਿੱਤਾ, ਅਤੇ ਇਹ ਦੁਖਦਾਈ ਬਣ ਗਏ। ਕਿਵੇਂ ਦੁਖਦਾਈ ਬਣੇ? ਤੇ ਭਜ ਬਲ ਬਬਰੇ ਹੈ ਗਏ, ਪੂਜਤ ਪਰਮ ਪੁਰਖ ਰਹਿ ਗਏ। ਇਹਨਾਂ ਨੂੰ ਆਪਣੇ ਇੱਕ ਨੌਕਰ ਬਣਾ ਕੇ ਇੱਥੇ ਭੇਜਿਆ ਸੀ, ਲੇਕਿਨ ਇਹ ਆਪਣੇ ਬਲ ਵਿੱਚ ਆ ਗਏ, ਅਤੇ ਪਰ ਪਰਮੇਸ਼ਰ ਨੂੰ ਇਹ ਭੁੱਲ ਗਏ, ਉਸ ਦੀ ਪੂਜਾ ਕਰਨੀ ਇਹ ਭੁੱਲ ਗਏ। ਤੇ ਹਮ ਤਮਕ ਤਨਕ ਮੋਹ ਖਾਪੇ, ਤਿਨ ਕੀ ਠੌਰ ਦੇਵਤਾ ਥਾਪੇ। ਫਿਰ ਇਹਨਾਂ ਨੂੰ ਗੁਰੂ ਸਾਹਿਬ ਨੇ ਵਿਛੋੜ ਦਿੱਤਾ, ਇਹਨਾਂ ਨੂੰ ਆਪਣੇ ਤੋਂ ਤਿਆਗ ਦਿੱਤਾ, ਅਤੇ ਇਹਨਾਂ ਦੀ ਥਾਂ ਫਿਰ ਦੇਵਤੇ ਥਾਪ ਦਿੱਤੇ। ਕਿਹੜੇ ਦੇਵਤੇ ਥਾਪੇ? 3 ਦੇਵਤੇ ਥਾਪੇ, ਬ੍ਰਹਮਾ, ਵਿਸ਼ਨ ਅਤੇ ਸ਼ਿਵ ਜੀ, ਮਹੇਸ਼ ਜਿਸ ਨੂੰ ਆਪਾਂ ਕਹਿੰਦੇ ਹਾਂ, ਮਹਾਦੇਵ ਵੀ ਅਸੀਂ ਕਹਿ ਦਿੰਦੇ ਹਾਂ। ਤੇ ਪੀ ਬਲ ਪੂਜਾ ਉਰਜਾਏ, ਆਪਣ ਹੀ ਪਰਮੇਸ਼ਰ ਕਹਾਏ। ਅਤੇ ਇਹ ਜਿਹੜੇ 3 ਦੇਵਤੇ ਥਾਪੇ, ਇਹ ਵੀ ਆਪਣੇ ਹੰਕਾਰ ਦੇ ਵਿੱਚ, ਆਪਣੇ ਸ਼ਕਤੀ ਦੇ ਵਿੱਚ, ਇਹ ਵੀ ਉਲਝ ਕੇ ਰਹਿ ਗਏ 3। ਇਹ ਨੀ ਪਰਮੇਸ਼ਰ, ਆਪਣੇ ਆਪ ਨੂੰ ਹੀ ਇਹਨਾਂ ਨੇ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ। ਬ੍ਰਹਮਾ ਆਪ ਮਹਾਦੇਵ ਅਚੁੱਤ ਕਹਾਇਓ, ਮਹਾਦੇਵ ਕਹਿੰਦਾ ਮੈਂ ਹੀ ਪਰਮੇਸ਼ਰ ਹਾਂ। ਵਿਸ਼ਨ ਆਪ ਹੀ ਕੋ ਠਹਿਰਾਇਓ, ਅਤੇ ਵਿਸ਼ਨ ਕਹਿੰਦਾ ਮੈਂ ਪਰਮੇਸ਼ਰ ਹਾਂ। ਮਹਾਦੇਵ ਜੀ ਨੂੰ ਸ਼ਿਵ ਜੀ ਕਹਿੰਦੇ ਹਾਂ, ਆਪਾਂ ਗੋਰਖ ਵੀ ਕਹਿ ਦਿੰਦੇ ਹਾਂ। ਉਹ ਕਹਿੰਦਾ ਮੈਂ ਪਰਮੇਸ਼ਰ ਹਾਂ, ਅਤੇ ਵਿਸ਼ਨੂੰ ਕਹਿੰਦਾ ਮੈਂ ਪਰਮੇਸ਼ਰ ਹਾਂ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਅਤੇ ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ ਹਾਂ। ਪ੍ਰਭੂ ਕੋ ਪ੍ਰਭੂ ਨਾ ਕਿਨਹੂ ਜਾਨਾ, ਪਰ ਉਸ ਪ੍ਰਭੂ ਨੂੰ ਕਿਸੇ ਨੇ ਵੀ ਨਹੀਂ ਜਾਣਿਆ, ਕਿਉਂਕਿ ਨਾ ਤਾਂ ਉਸਨੂੰ ਬ੍ਰਹਮਾ ਜਾਣਦਾ ਹੈ, ਨਾ ਉਸਨੂੰ ਮਹਾਦੇਵ ਜਾਣਦਾ ਹੈ, ਅਤੇ ਨਾ ਵਿਸ਼ਨੂੰ ਜਾਣਦਾ ਹੈ। ਕਿਉਂਕਿ ਉਸ ਪ੍ਰਭੂ ਨੇ ਇਹ ਸੰਸਾਰ ਦੇ ਵਿੱਚ ਥਾਪ ਕੇ ਇਹਨਾਂ ਦੁਆਰਾ ਇਸ ਸ੍ਰਿਸ਼ਟੀ ਦਾ ਕਾਰਜ ਚਲਾ ਰਿਹਾ ਹੈ। ਪਹਿਲਾਂ ਕਾਮ, ਕ੍ਰੋਧ, ਲੋਭ, ਮੋਹ ਥਾਪੇ, ਫਿਰ ਨਾਲ ਇਹ ਥਾਪ ਦਿੱਤੇ, ਜਿਨ੍ਹਾਂ ਦੀ ਡਿਊਟੀ ਲਾ ਦਿੱਤੀ, ਜਿਨ੍ਹਾਂ ਨੇ ਇਹਨਾਂ ਨੂੰ ਅੱਗੇ ਫਿਰ ਚਲਾਉਣਾ ਸੀ। ਅਤੇ ਇਹ ਵੀ ਆਪਣੇ ਤਾਕਤ ਦੇ ਵਿੱਚ, ਨਸ਼ੇ 'ਚ ਆ ਕੇ ਇਹ ਵੀ ਉਲਝ ਗਏ। ਇਹਨਾਂ ਵੀ ਪ੍ਰਭੂ ਨੂੰ ਨਹੀਂ ਜਾਣਿਆ, ਆਪਣੇ ਆਪ ਨੂੰ ਹੀ ਪਰਮੇਸ਼ਰ ਸਦਾਉਣਾ ਸ਼ੁਰੂ ਕਰ ਦਿੱਤਾ। ਤਬ ਸਾਖੀ ਪ੍ਰਭ ਅਸ਼ਟ ਬਣਾਏ, ਸਾਖ ਨਮਿਤ ਦੇਵੇ ਠਹਿਰਾਏ। ਫਿਰ ਪ੍ਰਭੂ ਨੇ 8 ਹੋਰ, ਜਿਸ ਦੇ ਵਿੱਚ ਜਿਨ੍ਹਾਂ ਨੂੰ ਥੋੜ੍ਹਾ ਬਲ ਦਿੱਤਾ, ਜਿਹਦੇ ਵਿੱਚ ਪੌਣ ਆ ਜਾਂਦੀ ਹੈ, ਪਾਣੀ ਆ ਜਾਂਦਾ ਹੈ, ਅਗਨ ਆ ਜਾਂਦੀ ਹੈ, ਸੂਰਜ ਆ ਜਾਂਦਾ ਹੈ, ਚੰਦਰਮਾ ਆ ਜਾਂਦਾ ਹੈ, ਇੱਦਾਂ ਬੁੱਧ ਆ ਜਾਂਦੀ, ਇੱਦਾਂ 8 ਹੋਰ ਬਣਾਏ, ਜਿਨ੍ਹਾਂ ਨੇ ਪ੍ਰਭੂ ਦੀ ਸਾਖ ਗਿਆਨ ਦੇਣਾ ਸੀ, ਪ੍ਰਭੂ ਦੀ ਭਗਤੀ ਕਰਨੀ ਸੀ।
ਸਾਖ ਨਮਿਤ ਦੇ ਬੈਠਹਿਰਾਏ। ਤੇ ਇਹਨਾਂ ਨੂੰ ਕਿਹਾ, ਦੇਵਤੇ ਬਣਾਇਆ ਵੀ ਤੁਸੀਂ ਜਾ ਕੇ ਆਪ ਵੀ ਆਰਾਧਨਾ ਕਰਨੀ ਹੈ, ਦੂਜਿਆਂ ਨੂੰ ਵੀ ਗਿਆਨ ਦੇਣਾ ਹੈ। ਤੇ ਉਹ ਆ ਕੇ ਤੇ ਕਹੇ ਕਰੋ ਹਮਾਰੀ ਪੂਜਾ। ਤੇ ਉਹ ਕਹਿੰਦੇ ਸਾਡੀ ਹੀ ਪੂਜਾ ਕਰੋ। ਹਮ ਬਿਨ ਅਬਰ ਨਾ ਠਾਕੁਰ ਦੂਜਾ, ਵੀ ਹੋਰ ਤਾਂ ਕੋਈ ਠਾਕੁਰ ਹੀ ਨਹੀਂ, ਅਸੀਂ ਆਪ ਹੀ ਠਾਕਰ ਹਾਂ, ਮੈਂ ਹੀ ਠਾਕਰ ਹਾਂ। ਉਹ ਕਹਿੰਦੇ ਅਸੀਂ ਉਹ ਠਾਕੁਰ ਹਾਂ, ਸਾਡੀ ਉਹ ਪੂਜਾ ਕਰੋ, ਹੋਰ ਕੋਈ ਠਾਕੁਰ ਨਹੀਂ ਹੈ। ਪਰਮ ਤਤ ਕੋ ਜਿਨ ਨਾ ਪਛਾਨਾ। ਹੁਣ ਜਿਸ ਨੂੰ ਪਰਮ ਤਤ ਦੀ ਪਹਿਚਾਣ ਨਹੀਂ ਸੀ, ਤਿਨ ਕਰ ਈਸ਼ਰ ਤਿਨ ਕਹੁ ਮਾਨਾ। ਉਹਨਾਂ ਨੇ ਫਿਰ ਇਹਨਾਂ ਨੂੰ ਹੀ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਕੇਤੇ ਸੂਰ ਚੰਦ ਕਹੁ ਮੰਨ ਹੈ। ਕਿੰਨੇ ਲੋਕ ਸੂਰਜ ਨੂੰ, ਚੰਦਰਮਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਗਨ ਹੋਤਰ ਕਈ ਪਵਨ ਪਰਮੰਨ ਹੈ। ਕੋਈ ਅਗਨ ਦੀ ਪੂਜਾ ਕਰਨ ਲੱਗ ਗਿਆ, ਕੋਈ ਪੌਣ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕਿਨਹੂ ਪ੍ਰਭ ਪਾਹਨ ਪਹਿਚਾਨਾ। ਕਿਸੇ ਨੇ ਪੱਥਰ ਨੂੰ ਪ੍ਰਭੂ ਮੰਨਣਾ ਸ਼ੁਰੂ ਕਰ ਦਿੱਤਾ ਕਿ ਪੱਥਰ ਹੀ, ਜਿਵੇਂ ਪੱਥਰ ਦੀ ਪੂਜਾ ਅੱਜ ਵੀ ਹੋ ਰਹੀ ਹੈ, ਪੱਥਰ ਨੂੰ ਹੀ ਰੱਬ ਸਮਝ ਕੇ ਬੈਠ ਗਿਆ ਕੋਈ। ਨਾਤ ਕਿਤੇ ਜਲ ਕਰਤ ਵਿਧਾਨਾ। ਕੋਈ ਤੀਰਥਾਂ ਤੇ ਰੱਬ ਨੂੰ ਸਮਝ ਕੇ ਇਸ਼ਨਾਨ ਕਰਨਾ ਹੀ ਪੂਜਾ ਸਮਝ ਕੇ ਬੈਠ ਗਏ। ਕੇਤ ਕਰਮ ਕਰਤ ਡਰਪਾਨਾ। ਕੋਈ ਡਰਦੇ ਡਰਦੇ ਪਤਾ ਨਹੀਂ ਕਿੰਨੇ ਕਰਮਾਂ ਦੇ ਵਿੱਚ ਪੈ ਗਏ, ਕਈ ਕਰਮ ਕਾਂਡਾਂ ਦੇ ਵਿੱਚ ਪੈ ਗਏ ਡਰ ਦੇ ਮਾਰੇ। ਧਰਮ ਰਾਜ ਕੋ ਧਰਮ ਪਛਾਨਾ। ਕੋਈ ਧਰਮ ਰਾਜ ਨੂੰ ਹੀ ਮੰਨਣ ਲੱਗ ਗਿਆ ਕਿ ਇਹ ਧਰਮ ਹੈ। ਜੋ ਪ੍ਰਭ ਸਾਖ ਨਿਮਿਤ ਠਹਿਰਾਏ, ਤੇ ਹੀ ਆਏ ਪ੍ਰਭੂ ਕਹਿਵਾਏ। ਜੋ ਪ੍ਰਭੂ ਨੇ ਆਪ ਪੈਦਾ ਕਰਕੇ ਆਪਣਾ ਗਿਆਨ ਦੇਣ ਵਾਸਤੇ ਇੱਥੇ ਬਣਾਏ, ਉਹਨਾਂ ਨੇ ਆਪਣੇ ਆਪ ਨੂੰ ਹੀ ਪ੍ਰਭੂ ਕਹਾਉਣਾ ਸ਼ੁਰੂ ਕਰ ਦਿੱਤਾ। ਤੇ ਹੀ ਆਏ ਪ੍ਰਭੂ ਕਹਿਵਾਏ। ਤਾਕੀ ਬਾਤ ਬਿਸਰ ਜਾਤੀ ਪੀ। ਜੋ ਪ੍ਰਭੂ ਦਾ ਕਿਹਾ ਸੀ ਉਹ ਉਹਨਾਂ ਨੂੰ ਵਿਸਰ ਜਾਂਦਾ ਸੀ। ਇੱਥੇ ਆ ਕੇ ਆਪਣੀ ਆਪਣੀ ਪਰਤ ਸੋਭੀ। ਸਾਰਿਆਂ ਨੂੰ ਆਪਣੀ ਆਪਣੀ ਸੋਭਾ ਦੀ ਪੈ ਜਾਂਦੀ ਵੀ ਮੇਰੀ ਸੋਭਾ ਹੋਵੇ, ਮੇਰੀ ਪੂਜਾ ਹੋਵੇ। ਤੇ ਜੋ ਪ੍ਰਭੂ ਕਹਿ ਕੇ ਭੇਜਦਾ ਸੀ, ਉਹਨਾਂ ਨੂੰ ਗਿਆਨ ਦੇ ਕੇ ਭੇਜਦਾ ਸੀ, ਜਿਸ ਕਾਰਜ ਵਾਸਤੇ ਭੇਜਦਾ ਸੀ, ਉਹਨੂੰ ਵਿਸਾਰ ਦਿੰਦੇ। ਜਬ ਪ੍ਰਭ ਨੂੰ ਕੋ ਨਾ ਤਿਨੈ ਪਹਿਚਾਨਾ। ਜਾਂ ਕਿਸੇ ਨੇ ਵੀ ਪ੍ਰਭੂ ਨੂੰ ਨਹੀਂ ਪਹਿਚਾਣਿਆ, ਤਬ ਹਰ ਇਨ ਮਨੁਸ਼ਮ ਠਹਿਰਾਨਾ। ਫਿਰ ਪ੍ਰਭੂ ਨੇ ਹੋਰ ਮੁਨੀ ਪੈਦਾ ਕੀਤੇ, ਤੇ ਵੀ ਬਸ ਮਮਤਾ ਹੋਏ ਗਏ। ਜਿਹੜੇ ਮੁਨੀ ਆਏ, ਮੁਨੀ ਪੈਦਾ ਕੀਤੇ, ਗਿਆਨ ਦਿੱਤਾ ਥੋੜਾ, ਉਹ ਵੀ ਆ ਕੇ ਮਮਤਾ ਵਸ ਪੈ ਗਏ। ਪਰਮੇਸ਼ਰ ਪਾਹਨ ਠਹਿਰਾਏ। ਉਹਨਾਂ ਨੇ ਵੀ ਪੱਥਰ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਪੱਥਰ ਨੂੰ ਪਰਮੇਸ਼ਰ ਮੰਨ ਲਿਆ, ਮਮਤਾ ਵਸ ਹੋ ਗਏ। ਤਬ ਹਰ ਸਿੱਧ ਸਾਧ ਠਹਿਰਾਏ। ਫਿਰ ਪ੍ਰਭੂ ਨੇ ਹੋਰ ਜੀਵਾਂ ਨੂੰ ਗਿਆਨ ਦਿੱਤਾ ਆਪਣਾ, ਥੋੜ੍ਹੀ ਸਿੱਧ ਦਿੱਤੀ, ਥੋੜ੍ਹੀ ਸੋਝੀ ਦਿੱਤੀ, ਤੇ ਉਹਨਾਂ ਨੂੰ ਸਾਧ ਠਹਿਰਾ ਦਿੱਤਾ। ਤਿੰਨ ਵੀ ਪਰਮ ਪੁਰਖ ਨਹੀਂ ਪਾਏ। ਪਰ ਪਰਮ ਪੁਰਖ ਨੂੰ ਉਹਨਾਂ ਵੀ ਨਹੀਂ ਪਾਇਆ, ਕਿਉਂਕਿ ਜਿੰਨਾ ਕੁ ਉਹਨਾਂ ਨੂੰ ਗਿਆਨ ਦਿੱਤਾ, ਥੋੜ੍ਹੀ ਸ਼ਕਤੀ ਦਿੱਤੀ, ਥੋੜ੍ਹੀ ਸੋਝੀ ਦਿੱਤੀ, ਉਹ ਆਪ ਹੀ ਰੱਬ ਬਣ ਕੇ ਬੈਠ ਜਾਂਦਾ ਹੈ ਜੀਵ। ਐਸੀ ਹੋਈ ਜੋ ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਪਰਮੇਸ਼ਰ ਨੇ ਜੇ ਕਿਸੇ ਨੂੰ ਕੁਛ ਜਣਾਇਆ, ਉਹ ਖੁਦ ਨੂੰ ਹੀ ਰੱਬ ਬਣ ਕੇ ਬੈਠ ਗਿਆ। ਜੇ ਕੋਈ ਹੋਤ ਭਇਓ ਜਗ ਸਿਆਣਾ। ਜਿਹਨੂੰ ਥੋੜ੍ਹੀ ਸੋਝੀ ਆਈ, ਥੋੜ੍ਹਾ ਪਰਮੇਸ਼ਰ ਨੇ ਗਿਆਨ ਦਿੱਤਾ, ਥੋੜ੍ਹੀ ਸਿਆਣਪ ਦਿੱਤੀ,
ਤਿੰਨ ਤਿੰਨ ਆਪਣੋ ਪੰਥ ਚਲਾਣਾ। ਉਹਨਾਂ ਨੇ ਆਪਣਾ ਆਪਣਾ ਹੀ ਰਸਤਾ ਚਲਾ ਲਿਆ, ਹਰੇਕ ਨੇ ਆਪਣਾ ਨਵਾਂ ਰਸਤਾ ਸ਼ੁਰੂ ਕਰ ਲਿਆ। ਪਰਮ ਪੁਰਖ ਕਿਨਹੂ ਨਾ ਪਾਇਓ, ਪਰ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਾਇਆ। ਬੈਰ ਬਾਦ ਅਹੰਕਾਰ ਵਡਾਇਓ, ਤੇ ਸੰਸਾਰ ਦੇ ਵਿੱਚ ਕਿਉਂਕਿ ਰਸਤੇ ਆਪਣੇ ਆਪਣੇ ਚਲਾ ਲਏ, ਤੇ ਫਿਰ ਵਿਵਾਦ ਖੜਾ ਹੋ ਗਿਆ, ਬੈਰ ਵਿਰੋਧ ਸ਼ੁਰੂ ਹੋ ਗਿਆ, ਹੰਕਾਰ ਵੱਧ ਗਿਆ। ਦੂਜਾ ਕਹਿੰਦਾ ਮੇਰਾ ਚੰਗਾ ਹੈ, ਮੈਂ ਜ਼ਿਆਦਾ ਗਿਆਨਵਾਨ ਹਾਂ, ਦੂਜਾ ਇੱਦਾਂ ਬੈਰ ਵਿਰੋਧ ਦੇ ਵਿੱਚ ਪੈ ਗਏ, ਜਿਵੇਂ ਅੱਜ ਆਪਾਂ ਸੰਸਾਰ ਦੇ ਵਿੱਚ ਪਏ ਹਾਂ। ਦੂਜੇ ਕਹਿੰਦੇ ਸਾਡਾ ਧਰਮ ਜ਼ਿਆਦਾ ਚੰਗਾ ਹੈ, ਤੇ ਦੂਜੇ ਕਹਿੰਦੇ ਸਾਡਾ ਧਰਮ ਜ਼ਿਆਦਾ ਚੰਗਾ ਹੈ। ਉਹ ਕਹਿੰਦੇ ਜੋ ਸਾਡੇ ਪੀਰ ਪੈਗੰਬਰ ਆਏ ਉਹ ਜ਼ਿਆਦਾ ਸਿਆਣੇ ਸੀ, ਉਹੀ ਰੱਬ ਸੀ, ਉਹੀ ਰੱਬ ਨੂੰ ਮਿਲੇ ਸੀ। ਦੂਜੇ ਕਹਿੰਦੇ ਸਾਡੇ, ਕਿਉਂਕਿ ਆਪਾਂ ਉਹਨਾਂ ਗ੍ਰੰਥਾਂ ਨੂੰ ਪੜ੍ਹਿਆ ਨਹੀਂ, ਜਾਣਿਆ ਨਹੀਂ। ਆਪਾਂ ਕੀ ਹੈ, ਆਪਾਂ ਸੁਣਦੇ ਹਾਂ ਪ੍ਰਚਾਰਕਾਂ ਨੂੰ, ਤੇ ਪ੍ਰਚਾਰਕਾਂ ਵਾਸਤੇ ਇੱਕ ਕਮਾਈ ਦਾ ਸਾਧਨ ਹੈ। ਉਹਨਾਂ ਨੇ ਆਪਣੇ ਆਪਣੇ ਸਰੋਤੇ ਬਣਾਉਣੇ ਨੇ, ਤਾਂ ਕਿ ਉਹਨਾਂ ਦਾ ਇਹ ਧੰਦਾ ਚੱਲਦਾ ਰਹੇ। ਜੇ ਆਪਾਂ ਸਾਰੇ ਜਾਣ ਗਏ ਤੇ ਉਹਨਾਂ ਦਾ ਧੰਦਾ ਖਤਮ ਹੋ ਜਾਏਗਾ। ਇਸ ਕਰਕੇ ਉਹ ਸਾਨੂੰ ਇੱਕ ਦੂਜੇ ਤੋਂ ਬੈਰ ਵਿਰੋਧ ਦੇ ਵਿੱਚ ਪਾਉਂਦੇ ਨੇ। ਪਰ ਜਦੋਂ ਆਪਾਂ ਸਾਰੇ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਦੇਖਾਂਗੇ, ਤੇ ਫਿਰ ਸਾਨੂੰ ਪਤਾ ਚੱਲੇਗਾ ਵੀ ਉਹ ਤਾਂ ਪਰਮੇਸ਼ਰ ਦੇ ਸਾਜੇ ਹੋਏ ਸੀ ਸਾਰੇ ਹੀ। ਕੋਈ ਵੀ ਆਇਆ ਸਮੇਂ ਸਮੇਂ 'ਤੇ ਜਿਸ ਨੂੰ ਵੀ ਭੇਜਿਆ, ਜੇ ਆਪਾਂ ਉਹਨਾਂ ਦੇ ਬਚਨਾਂ ਨੂੰ ਪੜ੍ਹਾਂਗੇ, ਫਿਰ ਆਪਾਂ ਨੂੰ ਪਤਾ ਚੱਲੇਗਾ ਵੀ ਉਹ ਤਾਂ ਪਰਮੇਸ਼ਰ ਦੇ ਸਾਜੇ ਹੋਏ ਸੀ। ਉਹ ਤਾਂ ਕਿਸੇ ਦੇ ਇੱਕ ਦੇ ਨਹੀਂ ਹੁੰਦੇ, ਕਿ ਉਹ ਤਾਂ ਸਾਰੇ ਸੰਸਾਰ ਦੇ ਵਾਸਤੇ ਆਉਂਦੇ ਨੇ। ਜੇ ਰਾਮ ਜੀ ਆਏ ਉਹ ਵੀ ਸੰਸਾਰ ਵਾਸਤੇ ਆਏ, ਜੇ ਕ੍ਰਿਸ਼ਨ ਜੀ ਆਏ ਉਹ ਵੀ ਸੰਸਾਰ ਵਾਸਤੇ ਆਏ। ਇੱਦਾਂ ਹੀ ਹੋਰ ਜੇ ਈਸਾ ਜੀ ਆਏ, ਮੂਸਾ ਜੀ ਆਏ, ਮੁਹੰਮਦ ਜੀ ਆਏ, ਗੁਰੂ ਨਾਨਕ ਜੀ ਆਏ, ਜੋ ਵੀ ਆਇਆ ਸੰਸਾਰ ਦੇ ਵਿੱਚ, ਜੇ ਆਪਾਂ ਉਹਨਾਂ ਦੇ ਬਚਨਾਂ ਨੂੰ ਪੜ੍ਹਾਂਗੇ, ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਦੇਖਾਂਗੇ, ਫਿਰ ਸਾਰਿਆਂ ਦਾ ਗਿਆਨ ਜੋ ਹੈ ਇੱਕੋ ਜਿਹਾ ਗਿਆਨ ਦਿੱਤਾ ਹੋਇਆ ਹੈ। ਸਾਰੇ ਉਹੀ ਉਪਦੇਸ਼ ਕਰਦੇ ਨੇ, ਸਾਰੇ ਇਹ ਕਹਿੰਦੇ ਨੇ ਕਿ ਪਰਮੇਸ਼ਰ ਦੀ ਪੂਜਾ ਕਰੋ, ਇੱਕ ਪਰਮੇਸ਼ਰ ਤੋਂ ਬਿਨਾਂ ਦੂਜੇ ਦੀ ਪੂਜਾ ਨਾ ਕਰੋ, ਬੜੀਆਂ ਮਸਾਣਾਂ ਨੂੰ ਨਾ ਪੂਜੋ, ਮੂਰਤੀਆਂ ਨੂੰ ਨਾ ਪੂਜੋ, ਸਿਰਫ ਇੱਕ ਪਰਮੇਸ਼ਰ ਦੀ ਆਰਾਧਨਾ ਕਰੋ। ਉਹ ਸਾਰੇ ਇੱਕੋ ਹੀ ਗਿਆਨ ਦਿੰਦੇ ਨੇ। ਲੇਕਿਨ ਆਪਾਂ ਜੀਵ ਨਾ ਪੜ੍ਹਨ ਕਰਕੇ ਬੈਰ ਵਿਰੋਧ ਦੇ ਵਿੱਚ ਪਏ ਹਾਂ। ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ, ਇਹ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਹੈ, ਜਦੋਂ ਪ੍ਰਭੂ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਥੋੜ੍ਹੀ ਥੋੜ੍ਹੀ ਸੋਝੀ ਦਿੱਤੀ, ਥੋੜ੍ਹੀ ਸਿਆਣਪ ਦਿੱਤੀ, ਅਤੇ ਉਹਨਾਂ ਆਪਣਾ ਆਪਣਾ ਰਸਤਾ ਚਲਾ ਲਿਆ, ਜਿਸ ਨੂੰ ਅੱਗੇ ਜਾ ਕੇ ਧਰਮ ਬਣ ਗਿਆ। ਪਹਿਲਾਂ ਮੱਤ ਹੁੰਦੀ ਸੀ, ਪੰਥ ਕਹਿ ਦਿੰਦੇ, ਉਸ ਤੋਂ ਅੱਗੇ ਧਰਮ ਦੇ ਵਿੱਚ ਪ੍ਰਵੇਸ਼ ਹੋ ਗਿਆ ਹੈ। ਇੱਦਾਂ ਕਹਿ ਦੱਸਦੇ ਵੀ ਬੈਰ ਬਾਦ ਅਹੰਕਾਰ ਵਡਾਇਓ, ਪੇੜ ਪਾਤ ਆਪਨ ਤੇ ਜਲੈ, ਪ੍ਰਭ ਕੇ ਪੰਥ ਨ ਕੋ ਚਲੈ। ਕੋਈ ਭੇਡਾਂ ਨੂੰ ਪੂਜਣ ਲੱਗ ਗਿਆ, ਕੋਈ ਪਾਣੀ ਦੀ ਪੂਜਾ ਕਰਨ ਲੱਗ ਗਿਆ, ਕਿਉਂਕਿ ਸਾਨੂੰ ਉਲਝਾਉਣ ਦੇ ਵਾਸਤੇ ਕਿਸੇ ਨੂੰ ਕਹਿ ਤਾ ਇੱਥੇ ਦਰੱਖਤ ਨੂੰ ਲਾਓ, ਦਰੱਖਤ ਦੀ ਪੂਜਾ ਕਰੋ, ਕਿਸੇ ਨੂੰ ਕਹਿ ਤਾ ਜਲ ਦੇ ਵਿੱਚ ਇਸ਼ਨਾਨ ਕਰੋ, ਵੱਖਰੇ ਵੱਖਰੇ ਚਲਾ ਕੇ ਆਪਣੇ ਨਾਲ ਜੋੜ ਲਿਆ, ਪਰ ਪ੍ਰਭੂ ਦੇ ਰਸਤੇ ਕੋਈ ਵੀ ਨਾ ਚੱਲਿਆ। ਜਿਨ ਜਿਨ ਤਨਕ ਸਿੱਧ ਕੋ ਪਾਇਓ, ਜਿਹਨੇ ਜਿਹਨੇ ਥੋੜ੍ਹੀ ਥੋੜ੍ਹੀ ਸਿੱਧੀ ਪ੍ਰਾਪਤ ਹੋਈ, ਥੋੜ੍ਹਾ ਥੋੜ੍ਹਾ ਗਿਆਨ ਪ੍ਰਾਪਤ ਹੋਇਆ ਉਸ ਮਾਲਕ ਦੀ ਕਿਰਪਾ ਦੇ ਨਾਲ, ਉਹ ਵੀ ਤਿੰਨ ਤਿੰਨ ਆਪਣਾ ਰਾਹ ਚਲਾਇਓ। ਸਾਰਿਆਂ ਨੇ ਆਪਣਾ ਆਪਣਾ ਰਸਤਾ ਚਲਾ ਲਿਆ। ਪਰਮੇਸ਼ਰ ਨਾ ਕਿਨਹੂ ਪਹਿਚਾਨਾ, ਪਰ ਪ੍ਰਭੂ ਨੂੰ ਕਿਸੇ ਨੇ ਵੀ ਨਹੀਂ ਪਹਿਚਾਣਿਆ।
ਮਮ ਉਚਾਰ ਤੇ ਪਏ ਭਇਓ ਦੇਵਾਨਾ। ਸਿਰਫ ਆਪਣਾ ਆਪਣੇ ਆਪ ਨੂੰ ਗਿਆਨ, ਆਪਣੇ ਆਪ ਦਾ ਗਿਆਨ ਦੇਣਾ ਸ਼ੁਰੂ ਕਰਤਾ, ਆਪਣੀ ਮੱਤ ਦੁਆਰਾ ਗਿਆਨ ਦੇਣਾ ਸ਼ੁਰੂ ਕਰ ਦਿੱਤਾ। ਆਪਣੀ ਮੱਤ 'ਤੇ ਹੀ ਦੀਵਾਨੇ ਹੋ ਗਏ ਸਾਰੇ ਹੀ, ਵੀ ਹਾਂ ਮੈਨੂੰ ਹੀ ਗਿਆਨ ਹੈ, ਮੇਰਾ ਗਿਆਨ ਹੀ ਉੱਤਮ ਹੈ। ਪਰ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਪਹਿਚਾਣਿਆ। ਅੱਜ ਵੀ ਆਪਾਂ ਦੇਖਾਂਗੇ ਹਰ ਕੋਈ ਪ੍ਰਚਾਰਕ ਇਸੇ ਦਾ ਕਰਨ ਦੀ ਕੋਸ਼ਿਸ਼ ਕਰੇਗਾ ਕਿ ਮੈਨੂੰ ਹੀ ਸਭ ਤੋਂ ਵੱਧ ਗਿਆਨ ਹੈ। ਦੂਜਾ ਕਹੇਗਾ ਮੈਂ ਹੀ ਸਿਆਣਾ ਹਾਂ। ਇਹ ਅੱਜ ਤੋਂ ਨਹੀਂ ਹੁੰਦਾ ਆ ਰਿਹਾ, ਕਿਉਂਕਿ ਬਹੁਤ ਪਹਿਲਾਂ ਸਮੇਂ ਤੋਂ ਸ਼ੁਰੂ ਹੋਇਆ ਹੈ। ਜਿਨ੍ਹਾਂ ਦੇ ਅੰਦਰ ਕ੍ਰੋਧ ਵਧਿਆ, ਲੋਭ ਵਧਿਆ, ਉਹਨਾਂ ਨੇ ਆਪਣਾ ਆਪਣਾ ਰਸਤਾ ਚਲਾ ਕੇ ਤੇ ਆਪਣੇ ਆਪ ਨੂੰ ਹੀ ਸ੍ਰੇਸ਼ਟ ਸਮਝਣਾ ਸ਼ੁਰੂ ਕਰਤਾ। ਆਪਣੇ ਆਪਣੇ ਮਤ ਦੇ ਹੀ ਦੀਵਾਨੇ ਹੋ ਗਏ। ਪਰਮ ਤੱਤ ਕਿਨਹੂ ਨਾ ਪਛਾਨਾ, ਆਪ ਆਪ ਭੀਤਰ ਉਰਝਾਨਾ। ਆਪਣੇ ਹੀ ਗਿਆਨ ਦੇ ਵਿੱਚ ਉਲਝ ਕੇ ਰਹਿ ਗਏ ਤੇ ਪਾਰ ਬ੍ਰਹਮ ਨੂੰ ਕਿਸੇ ਨੇ ਵੀ ਨਹੀਂ ਪਹਿਚਾਣਿਆ। ਤਬ ਜੇ ਰਿਖ ਰਾਜ ਬਣਾਏ, ਫਿਰ ਕੀ ਹੋਇਆ ਕਿ ਰਿਸ਼ੀ ਬਣਾ ਦਿੱਤੇ ਮਾਲਕ ਨੇ, ਰਿਸ਼ੀ ਸਾਜ ਦਿੱਤੇ, ਉਹਨਾਂ ਨੂੰ ਗਿਆਨ ਦਿੱਤਾ, ਥੋੜਾ ਹੋਰ ਜ਼ਿਆਦਾ ਗਿਆਨ ਦਿੱਤਾ। ਤਿਨ ਆਪਨ ਪੁਨ ਸਿਮਰਤ ਚਲਾਏ, ਉਹਨਾਂ ਨੇ ਵੀ ਗਿਆਨ ਲਿਖਣਾ ਸ਼ੁਰੂ ਕਰ ਦਿੱਤਾ, ਸਿਮਰਤੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਭੂ ਦਾ ਪ੍ਰਚਾਰ ਨਹੀਂ ਕੀਤਾ, ਕਿਵੇਂ ਚੱਲਣਾ ਹੈ ਇਹ ਗਿਆਨ ਨਹੀਂ ਦਿੱਤਾ, ਲੇਕਿਨ ਸਿਮਰਤੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਗ੍ਰੰਥ ਲਿਖਣੇ ਸ਼ੁਰੂ ਕਰ ਦਿੱਤੇ। ਜੇ ਸਿਮਰਤਨ ਕੇ ਭਏ ਅਨੁਰਾਗੀ, ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ। ਜਿਹੜੇ ਫਿਰ ਸਿਮਰਤੀਆਂ ਪੜ੍ਹਨਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਵਿੱਚ ਲੱਗ ਗਏ, ਗ੍ਰੰਥ ਲਿਖਣ ਲੱਗ ਪਏ, ਅਤੇ ਜਿਹੜੀ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਕਰਨੀ ਸੀ, ਜਿਹੜਾ ਉਹ ਗਿਆਨ ਦੇਣਾ ਸੀ, ਜਿਸ ਵਾਸਤੇ ਉਹਨਾਂ ਨੂੰ ਸਾਜਿਆ ਸੀ, ਉਹ ਕਿਰਿਆ ਹੀ ਤਿਆਗ ਦਿੱਤੀ। ਜਿਨ ਮਨ ਹਰ ਚਾਨਣ ਠਹਿਰਾਇਓ, ਜਿਨ੍ਹਾਂ ਨੇ ਆਪਣਾ ਮਨ ਹਰੀ ਦੇ ਚਰਨਾਂ ਦੇ ਵਿੱਚ ਜੋੜ ਲਿਆ, ਸੋ ਸਿਮਰਤਨ ਕੇ ਰਾਹ ਨਾ ਆਇਓ। ਉਹਨਾਂ ਨੇ ਫਿਰ ਇਹ ਸਿਮਰਤੀਆਂ ਨਹੀਂ ਲਿਖੀਆਂ, ਉਹਨਾਂ ਨੇ ਇਸ ਨੂੰ ਲਿਖਣਾ ਨਹੀਂ ਸਹੀ ਸਮਝਿਆ, ਜਾਂ ਇਹਨਾਂ ਨੂੰ ਪੜ੍ਹਨਾ ਨਹੀਂ ਸਹੀ ਸਮਝਿਆ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਲਿਆ, ਅਤੇ ਜਿਹੜੇ ਉਹ ਭੁੱਲ ਗਏ ਜਿਸ ਕਾਰਜ ਵਾਸਤੇ ਉਹਨਾਂ ਨੂੰ ਥਾਪਿਆ ਸੀ, ਉਹਨਾਂ ਨੇ ਗ੍ਰੰਥ ਲਿਖਣੇ ਸ਼ੁਰੂ ਕਰ ਦਿੱਤੇ, ਸਿਮਰਤਨੀਆਂ ਲਿਖਤੀਆਂ। ਬ੍ਰਹਮਾ ਚਾਰ ਹੀ ਵੇਦ ਬਣਾਏ, ਫਿਰ ਚਾਰ ਵੇਦ ਬ੍ਰਹਮਾ ਨੇ ਜਿਹੜੇ ਬਣਾਏ ਨੇ, ਲਿਖੇ ਨੇ। ਸਰਬ ਲੋਕ ਤੇ ਕਰਮ ਚਲਾਏ, ਫਿਰ ਸੰਸਾਰ 'ਚ ਲੋਕਾਂ ਨੇ ਇਹ ਕਰਮ ਦੇ ਵਿੱਚ ਲੱਗ ਗਏ, ਵੇਦ ਪੜ੍ਹਨ ਲੱਗ ਗਏ, ਵੇਦਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ, ਵੀ ਵੇਦ ਪੜ੍ਹਨ ਦੇ ਨਾਲ ਹੀ ਸਾਡੀ ਗਤੀ ਹੋ ਜਾਣੀ ਹੈ। ਜਿਨ ਕੀ ਲਿਵ ਹਰ ਚਰਨਨ ਲਾਗੀ, ਜਿਨ੍ਹਾਂ ਦੀ ਲਿਵ ਹਰੀ ਦੇ ਚਰਨਾਂ ਦੇ ਨਾਲ ਜੁੜ ਗਈ, ਤੇ ਵੇਦਨ ਤੇ ਪਏ ਤਿਆਗੀ, ਤੇ ਉਹਨਾਂ ਨੇ ਵੇਦ ਤਿਆਗ ਦਿੱਤੇ। ਕਿਉਂਕਿ ਵੇਦਾਂ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਹੈ, ਪਰਮੇਸ਼ਰ ਦੇ ਨਾਮ ਨਾਲ ਜੁੜਨਾ ਹੈ। ਲੇਕਿਨ ਆਪਾਂ ਪੜ੍ਹ ਕੇ ਜੇ ਜੁੜੇ ਹੀ ਨਾ, ਫਿਰ ਵੇਦ ਪੜ੍ਹ ਕੇ ਆਪਾਂ ਕੀ ਕਰਨਾ ਹੈ। ਅਤੇ ਜੇ ਆਪਾਂ ਜੁੜ ਗਏ, ਫਿਰ ਵੇਦ ਪੜ੍ਹਨ ਦੀ ਸਾਨੂੰ ਲੋੜ ਨਹੀਂ। ਕਿਉਂਕਿ ਵੇਦ ਕਦੋਂ ਪੜ੍ਹਦਾ ਹੈ ਜੀਵ, ਜਦੋਂ ਉਸਨੂੰ ਗਿਆਨ ਨਹੀਂ, ਗਿਆਨ ਲੈਣ ਵਾਸਤੇ। ਮਨ ਸਮਝਾਵਣ ਕਾਰਨ ਕਛੁਕ ਪੜ੍ਹਿਐ ਗਿਆਨ। ਆਪਾਂ ਗਿਆਨ ਪੜ੍ਹਦੇ ਹਾਂ ਮਨ ਨੂੰ ਸਮਝਾਉਣ ਵਾਸਤੇ। ਜੇ ਮਨ ਸਮਝਾਏ ਨਾ, ਤੇ ਵੇਦ ਤਾਂ ਪੜ੍ਹੀ ਗਏ, ਦਿਨ ਰਾਤ ਪੜ੍ਹੀ ਜਾਈਏ, ਚਾਹੇ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ। ਜੇ ਅਸੀਂ ਉਸ ਨੂੰ ਸਮਝਿਆ ਹੀ ਨਹੀਂ, ਉਸ 'ਤੇ ਚੱਲੇ ਹੀ ਨਹੀਂ, ਫਿਰ ਉਸ ਦਾ ਪੜ੍ਹਨ ਦਾ ਕੀ ਫਾਇਦਾ ਹੈ। ਕਿਉਂਕਿ ਬੁੱਝਣਾ ਤਾਂ ਨਾਮ ਸੀ, ਨਾਨਕ ਇੱਕ ਹੈ, ਲੇਖਾ ਇੱਕ ਗੱਲ, ਹੋਰ ਹਉਮੈ ਚਖਣਾ ਚਾਕ। ਲੇਖੇ ਕੀ ਸੀ ਨਾਮ,
ਨਾਮ ਤਾਂ ਬੁਝਿਆ ਨਹੀਂ ਹੈ। ਇਸ ਕਰਕੇ ਜਿਹੜੇ ਨੇ ਨਾਮ ਨਾਲ ਜੁੜ ਗਏ ਉਹਨਾਂ ਨੂੰ ਵੇਦ ਪੜ੍ਹਨ ਦੀ ਲੋੜ ਨਹੀਂ, ਉਹਨਾਂ ਨੇ ਵੇਦਾਂ ਨੂੰ ਤਿਆਗ ਦਿੱਤਾ। ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਅਸੀਂ ਪਹਿਲਾਂ ਸਮਝਿਆ ਸੀ ਕਿ ਪੜ੍ਹਨਾ ਹੀ ਭਲਾ ਹੈ। ਕਬੀਰ ਮੈਂ ਜਾਣਿਓ ਪੜ੍ਹਵੋ ਭਲਾ। ਫਿਰ ਕੀ ਹੋਇਆ? ਕਹਿੰਦੇ ਪੜ੍ਹਵੋ ਤੇ ਭਲ ਜੋਗ। ਪਰ ਫਿਰ ਪਤਾ ਚੱਲਿਆ ਵੀ ਨਹੀਂ, ਪਰਮੇਸ਼ਰ ਦੇ ਨਾਲ ਜੁੜਨਾ ਭਲਾ ਹੈ, ਉਸਦੇ ਚਰਨਾਂ ਦੇ ਵਿੱਚ ਜੁੜਨਾ ਭਲਾ ਹੈ। ਭਗਤ ਨ ਛੋਡੋ ਰਾਮ ਕੀ ਭਾਵੈ ਨਿੰਦੋ ਲੋਕ। ਤੇ ਉਹ ਪ੍ਰਭੂ ਦੇ ਚਰਨਾਂ ਜੁੜ ਗਏ, ਵੇਦਾਂ ਨੂੰ ਤਿਆਗ ਦਿੱਤਾ। ਤੇ ਲੋਕ ਕਹਿੰਦੇ ਵੀ ਇਹ ਪਹਿਲਾਂ ਵੇਦ ਪੜ੍ਹਦਾ ਸੀ, ਪਾਠ ਕਰਦਾ ਸੀ, ਤੇ ਹੁਣ ਇਹ ਵੇਦਾਂ ਨੂੰ ਛੱਡ ਗਿਆ। ਲੋਕ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਔਰ ਕਹਿੰਦੇ ਵੀ ਨਹੀਂ, ਸਾਨੂੰ ਪਤਾ ਹੈ ਵੀ ਪੜ੍ਹਨਾ ਨਹੀਂ ਭਲਾ, ਜੁੜਨਾ ਭਲਾ ਹੈ। ਜਿਵੇਂ ਹੁਣ ਵੀ ਆਪਾਂ ਦੇਖਦੇ ਹਾਂ ਜਿਹੜੇ ਜੀਵ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ, ਲੋਕ ਕਹਿੰਦੇ ਨੇ ਕਿ ਤਾਂ ਪਾਠ ਕਰਨਾ ਛੱਡ ਗਿਆ, ਕਿਉਂਕਿ ਪਾਠ ਹੀ ਤਾਂ ਸਾਨੂੰ ਕਹਿੰਦਾ ਹੈ ਕਿ ਪ੍ਰਭੂ ਦੇ ਨਾਮ ਨੂੰ ਧਿਆਉਣਾ ਹੈ, ਤੇ ਇਸ ਤੋਂ ਬਿਨਾਂ ਸਾਰਾ ਕੁਛ ਫੋਕਟ ਹੈ। ਸਿਰਫ ਨਾਮ ਧਿਆਉਣਾ ਹੀ ਪ੍ਰਭੂ ਦੀ ਭਗਤੀ ਹੈ। ਜਪੋ ਤਾਂ ਏਕੋ ਨਾਮਾ ਅਬਰ ਨਿਰਾਫਲ ਕੰਮ। ਇਸ ਕਰਕੇ ਜਿਹੜੇ ਜੁੜ ਗਏ ਉਹਨਾਂ ਫਿਰ ਵੇਦਾਂ ਨੂੰ ਤਿਆਗ ਦਿੱਤਾ। ਜਿਨ ਮਤ ਵੇਦ ਕਤੇਬਨ ਤਿਆਗੀ ਪਾਰ ਬ੍ਰਹਮ ਕੇ ਪਏ ਅਨੁਰਾਗੀ। ਵੀ ਜਿਨ੍ਹਾਂ ਨੇ ਵੇਦਾਂ ਕਤੇਬਾਂ ਨੂੰ ਤਿਆਗ ਦਿੱਤਾ ਉਹ ਪਾਰ ਬ੍ਰਹਮ ਦੇ ਅਨੁਰਾਗੀ ਹੋ ਗਏ, ਉਸ ਦੇ ਪ੍ਰਕਾਸ਼ ਦੇ ਨਾਲ ਜੁੜ ਗਏ, ਪਾਰ ਬ੍ਰਹਮ ਦੇ ਨਾਲ ਜੁੜ ਗਏ। ਤਿਨ ਕੇ ਗੂੜ ਮਤ ਜੇ ਚਲਹੀ। ਫਿਰ ਐਸੇ ਜੀਵ ਜਿਹੜੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਗਏ, ਉਹਨਾਂ ਦੀ ਜਿਹੜੀ ਮਤ ਨੂੰ ਗੂੜ ਮਤ ਕਿਹਾ ਹੈ, ਗੁਚ ਮਤ ਕਿਹਾ ਹੈ। ਤਿਨ ਕੇ ਗੂੜ ਮਤ ਜੇ ਚੱਲੀ ਪਾਰ ਭਾਂਤ ਅਨੇਕ ਦੁਖਨ ਸੋਦਲਹੀ। ਵੀ ਉਹਨਾਂ ਅਨੇਕਾਂ ਭਾਂਤ ਦੇ ਦੁੱਖਾਂ ਦਾ ਨਾਸ਼ ਕਰ ਦਿੱਤਾ। ਉਹਨਾਂ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ, ਉਹਨਾਂ ਦੀ ਗੂੜ ਮਤ ਦੇ ਵਿੱਚ ਜਿਹੜੇ ਜੀਵ ਚਲੇ। ਜੇ ਸਹਿ ਤਜਾ ਤਨ ਸੰਦੇ ਪ੍ਰਭ ਕੋ ਸੰਗ ਨ ਛੋੜਤ ਨੇ। ਵੀ ਜਿਨ੍ਹਾਂ ਨੇ ਇੱਧਰ ਦਾ ਪਿਆਰ ਛੱਡ ਦਿੱਤਾ, ਫਿਰ ਕਿਸ ਦੇ ਨਾਲ ਪਿਆਰ ਲੱਗ ਗਿਆ? ਪ੍ਰਭੂ ਦੇ ਨਾਲ। ਇੱਕ ਪਾਸੇ ਸੰਸਾਰ ਦਾ ਪਿਆਰ ਹੈ ਤੇ ਇੱਕ ਪਾਸੇ ਪ੍ਰਭੂ ਦਾ ਪਿਆਰ ਹੈ। ਜਿਹੜੇ ਪ੍ਰਭੂ ਦੇ ਪਿਆਰ ਦੇ ਵਿੱਚ ਲੱਗ ਗਏ, ਉਹਨਾਂ ਇੱਧਰ ਦਾ ਸੰਸਾਰ ਦਾ ਪਿਆਰ ਛੱਡ ਦਿੰਦੇ ਨੇ। ਤੇ ਪਰਮਪੁਰੀ ਕਹਿ ਜਾਹੀ। ਉਹ ਫਿਰ ਕਿੱਥੇ ਜਾਣਗੇ? ਪਰਮਪੁਰੀ, ਪਰਮੇਸ਼ਰ ਦੀ ਪੁਰੀ ਦੇ ਵਿੱਚ। ਤਿਨ ਹਰਸਿਓ ਅੰਤਰ ਕਛ ਨਾਹੀ। ਉਹ ਫਿਰ ਉਹ ਜੀਵ ਤੇ ਪ੍ਰਭੂ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਜਿਹੜੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਦੀ ਸੁਰਤੀ ਜੁੜ ਜਾਂਦੀ ਹੈ, ਜਿਹੜੇ ਪਰਮਪੁਰੀ ਦੇ ਵਿੱਚ ਪਹੁੰਚਦੇ ਨੇ, ਸ਼ਿਵਪੁਰੀ ਪਰਮਪੁਰੀ ਜਿਸ ਨੂੰ ਕਹਿ ਦਿੱਤਾ ਹੈ। ਤਿਨ ਹਰਸਿਓ ਅੰਤਰ ਕਛ ਨਾਹੀ। ਜੇ ਜੀ ਜਾਤਨ ਤੇ ਡਰੈ। ਜਿਹੜੇ ਫਿਰ ਉੱਥੇ ਜਾਣ ਤੋਂ ਡਰਦੇ ਨੇ, ਬਾਰ ਬਾਰ ਜਗ ਮੋਹ ਬਪਤ ਰਹੀ ਪਰਮ ਪੁਰਖ ਤਜ ਤਿਰ ਭਗ ਪਰੈ। ਵੀ ਜਿਹੜੇ ਉੱਥੇ ਜਾਣ ਤੋਂ ਡਰਦੇ ਨੇ, ਉਹ ਫਿਰ ਪਰਮ ਪੁਰਖ ਨੂੰ ਛੱਡ ਕੇ ਫਿਰ ਉਹ ਇੱਧਰ ਸੰਸਾਰ ਦੇ ਨਾਲ ਜੁੜ ਜਾਂਦੇ ਨੇ। ਇੱਕ ਪਰਮੇਸ਼ਰ ਦੇ, ਇੱਕ ਵੇਦਾਂ ਕਤੇਬਾਂ ਤੱਕ ਸੀਮਤ ਰਹਿ ਜਾਂਦੇ ਨੇ, ਤੇ ਇੱਕ ਉਸ ਪਰਮਪੁਰੀ ਦੇ ਰਸਤੇ ਤੇ ਚੱਲ ਕੇ ਉਸ ਮਾਲਕ 'ਚ ਸਮਾਉਂਦੇ ਨੇ, ਉਹਦਾ ਰੂਪ ਹੋ ਜਾਂਦੇ ਨੇ, ਪ੍ਰਕਾਸ਼ ਰੂਪ ਹੋ ਜਾਂਦੇ। ਪਰਮੇਸ਼ਰ ਪ੍ਰਕਾਸ਼ ਹੈ, ਸਾਡਾ ਮਨ ਵੀ ਪ੍ਰਕਾਸ਼ ਹੋ ਜਾਂਦਾ ਹੈ। ਤੇ ਨਰਕ ਕੁੰਡ ਮੋਹ ਪਰਹੀ। ਐਸੇ ਜੀਵ ਜਿਹੜੇ ਫਿਰ ਪਰਮੇਸ਼ਰ ਨੂੰ ਛੱਡ ਕੇ ਜਿਹੜੇ ਹੋਰ ਮੱਤਾਂ ਤੇ ਚੱਲਦੇ ਨੇ, ਤੇ ਉੱਥੇ ਜਾਣ ਤੋਂ ਡਰਦੇ ਨੇ ਜਿੱਥੇ ਜਾ ਕੇ ਸਾਡੀ ਮੁਕਤੀ ਹੋਣੀ ਹੈ, ਉਹ ਫਿਰ ਨਰਕ ਕੁੰਡ ਦੇ ਵਿੱਚ ਜਾਂਦੇ ਨੇ। ਬਾਰ ਬਾਰ ਜਗ ਮੋਹ ਬਪਤ ਰਹੀ। ਬਾਰ ਬਾਰ ਉਹਨਾਂ ਨੂੰ ਸੰਸਾਰ 'ਚ ਜਨਮ ਲੈਣਾ ਪੈਂਦਾ ਹੈ।
तब हर बहुर दत उपजायो, तिन भी अपना पंथ चलायो। फिर प्रभु ने होर ਜੀਵਾਂ ਨੂੰ ਵੀ ਗਿਆਨ ਦਿੱਤਾ, ਸਾਜਿਆ ਹੈ, ਜਿਨ੍ਹਾਂ ਦੇ ਵਿੱਚ ਆ ਜਾਂਦੇ ਨੇ ਕਿ ਜੋਗੀ ਆ ਗਏ, ਹੋਰ ਕਾਫੀ ਜੀਵ ਆਏ ਨੇ ਵੱਖ ਵੱਖ ਧਰਮਾਂ ਦੇ, ਜਿਨ੍ਹਾਂ ਨੇ ਆ ਕੇ ਇੱਥੇ ਆਪਣੇ ਆਪਣੇ ਧਰਮ ਚਲਾਏ ਨੇ। ਇੱਥੇ ਦੱਤ ਕਿਹਾ ਹੈ, ਤਿੰਨ ਵੀ ਆਪਣਾ ਪੰਥ ਚਲਾਇਓ, ਉਹਨਾਂ ਨੇ ਵੀ ਆਪਣਾ ਰਸਤਾ ਸ਼ੁਰੂ ਕਰ ਦਿੱਤਾ, ਚਲਾ ਲਿਆ ਨਵਾਂ। ਕਰਮੋ ਨਖ ਸਿਰ ਜਟਾਂ ਸਵਾਰੀ, ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਉਹਨਾਂ ਨੇ ਸਿਰ ਤੇ ਜਟਾਂ ਰੱਖ ਲਈਆਂ, ਜਿਵੇਂ ਜੋਗੀ ਆਏ ਹੋਰ ਆਏ, ਉਹਨਾਂ ਵੀ ਆ ਕੇ, ਪਰ ਪ੍ਰਭੂ ਦੀ ਕਿਰਿਆ ਕਿਸੇ ਨੇ ਨਹੀਂ। ਉਹ ਵੀ ਸਰੀਰ ਨੂੰ ਤੱਕ ਸੀਮਤ ਰਹਿ ਗਏ, ਜਟਾਂ ਰੱਖ ਲਈਆਂ, ਭਸਮ ਲਗਾ ਲਈ, ਲੇਕਿਨ ਪ੍ਰਭੂ ਦੀ ਕਿਰਿਆ ਦਾ ਵਿਚਾਰ ਕਿਸੇ ਨੇ ਵੀ ਨਹੀਂ ਕੀਤੀ। ਪੁਨ ਹਰ ਗੋਰਖ ਕੋ ਪਰਾਜਾ, ਗੋਰਖ ਆਇਆ, ਜਰਾ ਜੋਗੀਆਂ, ਜਦੋਂ ਜੋਗੀ ਆਏ, ਫਿਰ ਜੋਗੀਆਂ ਦੇ ਵੰਸ਼ ਦੇ ਵਿੱਚ ਇੱਕ ਗੋਰਖ ਆਇਆ, ਗੋਰਖਨਾਥ ਜਿਸ ਨੂੰ ਕਹਿੰਦੇ ਨੇ। ਸਿੱਖ ਕਰੇ ਤਿਨਹੂ ਬਟ ਰਾਜਾ, ਉਸ ਨੂੰ ਵੀ ਕਿਹਾ ਵੀ ਤੂੰ ਜਾ ਕੇ, ਇਹ ਗਿਆਨ ਦਿੱਤਾ ਵੀ ਤੂੰ ਜਾ ਕੇ ਸਿੱਖ ਦੇ ਲੋਕਾਂ ਨੂੰ। ਸਰਵਨ ਫਾਰ ਮੁੰਦਰਾ ਦੁਆ ਡਾਰੀ, ਉਹਨੇ ਵੀ ਕੀ ਕੀਤਾ ਕਿ ਕੰਨਾਂ ਦੇ ਵਿੱਚ ਮੁਦਰਾ ਪਾ ਦਿੱਤੀਆਂ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਉਸਨੇ ਵੀ ਪ੍ਰਭੂ ਦੀ ਕਿਰਿਆ ਨਹੀਂ ਵਿਚਾਰੀ, ਉਸਨੇ ਵੀ ਲੋਕਾਂ ਦੇ ਕੰਨਾਂ ਦੇ ਵਿੱਚ ਦੋ ਦੋ ਮੁੰਦਰਾ ਪਾ ਦਿੱਤੀਆਂ। ਮੁਦਰਾ ਪਾਉਣੀਆਂ ਸੀ ਗਿਆਨ ਦੀਆਂ, ਜਿਹੜੀ ਸਿੱਖ ਦੇਣੀ ਸੀ, ਲੇਕਿਨ ਸਰੀਰ ਤੱਕ ਸੀਮਤ ਰਹਿ ਗਏ ਉਹ ਵੀ। ਜੇ ਪ੍ਰਭ ਪਰਮ ਪੁਰਖ ਉਪਜਾਏ, ਤਿੰਨ ਤਿੰਨ ਆਪਣੇ ਰਾਜ ਚਲਾਏ। ਜਿਹਨੂੰ ਜਿਹਨੂੰ ਵੀ ਪਰਮੇਸ਼ਰ ਨੇ ਗਿਆਨ ਦਿੱਤਾ, ਆਪਣਾ ਬਣਾ ਕੇ ਭੇਜਿਆ, ਉਸੇ ਨੇ ਆਪਣਾ ਆਪਣਾ ਰਸਤਾ ਚਲਾ ਲਿਆ। ਮਹਾਦੀਨ ਤਬ ਪ੍ਰਭ ਉਪਰਾਜਾ, ਅਰਬ ਦੇਸ਼ ਕੋ ਕੀਨੋ ਰਾਜਾ। ਫਿਰ ਪ੍ਰਭੂ ਨੇ ਅਰਬ ਦੇਸ਼ ਦੇ ਵਿੱਚ ਇੱਕ ਆਪਣਾ ਭਗਤ ਪੈਦਾ ਕੀਤਾ, ਜਿਸ ਨੂੰ ਮਹਾਦੀਨ ਦਾ ਨਾਂ ਦਿੱਤਾ ਹੈ। ਤਿੰਨ ਵੀ ਇੱਕ ਪੰਥ ਉਪਰਾਜਾ, ਉਹਨੇ ਵੀ ਇੱਕ ਨਵਾਂ ਪੰਥ ਪੈਦਾ ਕਰ ਲਿਆ। ਲਿੰਗ ਬਿਨਾ ਕੀਨੇ ਸਭ ਰਾਜਾ, ਉਸਨੇ ਵੀ ਸਿਰਫ ਕਿੰਨਾ ਕੁ ਗਿਆਨ ਦਿੱਤਾ, ਇੱਕ ਦ੍ਰਿਸ਼ਟ ਤੱਕ ਦਾ ਗਿਆਨ ਦਿੱਤਾ। ਇਹ ਜੋ ਇਸ ਤੋਂ ਰਹਿਤ ਕਰ ਦਿੱਤੇ ਸਾਰੇ ਹੀ, ਲੇਕਿਨ ਅਗਲਾ ਗਿਆਨ ਉਸਨੇ ਵੀ ਨਹੀਂ ਦਿੱਤਾ। ਸਭ ਤੇ ਆਪਣਾ ਨਾਮ ਜਪਾਇਓ, ਸਤ ਨਾਮ ਕਾਹੂ ਨਾ ਦਿਲਾਇਓ। ਤੇ ਇਹਨਾਂ ਕੁ ਗਿਆਨ ਦੇ ਕੇ ਫਿਰ ਸਾਰਿਆਂ ਤੇ ਆਪਣੀ ਵਡਿਆਈ ਕਰਾਉਣੀ ਸ਼ੁਰੂ ਕਰ ਦਿੱਤੀ, ਪਰ ਪੂਰਾ ਸੱਚ ਨਾਮ ਦਾ ਪ੍ਰਕਾਸ਼ ਦਾ ਭੇਦ ਉਹਨੇ ਵੀ ਨਹੀਂ ਦਿੱਤਾ, ਕਿਸੇ ਨੂੰ ਦ੍ਰਿੜ ਨਹੀਂ ਕਰਵਾਇਆ। ਸਿਰਫ ਇੰਨਾ ਕਰ ਦਿੱਤਾ ਕਿ ਇੱਕ ਦ੍ਰਿਸ਼ਟ ਕਰਕੇ ਇਸ ਤੋਂ ਰਹਿਤ ਕਰ ਦਿੱਤੇ, ਕਿਉਂਕਿ ਇਸ ਨੂੰ ਸ਼ਿਵਲਿੰਗ ਕਿਹਾ ਹੈ, ਇਸ ਤੋਂ ਰਹਿਤ ਕਰ ਦਿੱਤੇ। ਸਭ ਆਪਣੀ ਆਪਣੀ ਉਰ ਜਾਨਾ, ਪਾਰ ਬ੍ਰਹਮ ਕਾਹੂ ਨਾ ਪਛਾਨਾ। ਸਾਰੇ ਆਪਣੀ ਆਪਣੀ ਮਤ ਦੇ ਵਿੱਚ ਉਲਝ ਕੇ ਰਹਿ ਗਏ, ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਹਿਚਾਣਿਆ। ਤਪ ਸਾਧਤ ਹਰ ਮੋਹੇ ਬੁਲਾਇਓ, ਫਿਰ ਮੈਂ ਤਪ ਸਾਧਦਾ ਸੀ, ਮੈਨੂੰ ਬੁਲਾ ਕੇ ਇਹ ਸਾਰਾ ਸਮਝਾਇਆ। ਇਮ ਕਹਿ ਕੇ ਇਹ ਲੋਕ ਪਠਾਇਓ, ਫਿਰ ਮੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ। ਕਿਆ ਕਹਿ ਕੇ ਭੇਜਿਆ, ਇਹ ਆਪਾਂ ਅਗਿਆਨ ਦਿੱਤਾ ਸਾਰਾ ਹੀ, ਵੀ ਇੱਦਾਂ ਇੱਦਾਂ ਮੈਂ ਭੇਜੇ ਸਾਰੇ ਹੀ, ਪਰ ਕਿਸੇ ਨੇ, ਸਾਰੇ ਜਾ ਕੇ ਭੁੱਲ ਗਏ, ਸਾਰੇ ਆਪਣਾ ਆਪਣਾ ਨਾਮ ਜਪਾਉਂਦੇ ਰਹੇ, ਆਪਣੇ ਆਪ ਨੂੰ ਹੀ ਰੱਬ ਬਣ ਕੇ ਬੈਠ ਗਏ, ਪਰ ਮੇਰੀ ਪਹਿਚਾਣ ਕਿਸੇ ਨੇ ਨਹੀਂ ਕੀਤੀ, ਨਾ ਕਿਸੇ ਨੇ ਅੱਗੇ ਮੇਰੇ ਗਿਆਨ ਦਿੱਤਾ, ਮੇਰੀ ਕਿਰਿਆ ਨੂੰ ਵਿਚਾਰਿਆ। ਤੇ ਫਿਰ ਗੁਰੂ ਸਾਹਿਬ ਨੂੰ ਭੇਜਦੇ ਨੇ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਕਿਉਂਕਿ ਹੁਣ ਆਪਣਾ ਥੋੜ੍ਹਾ ਟਾਈਮ ਹੋ ਗਿਆ ਜ਼ਿਆਦਾ, ਥੋੜ੍ਹਾ ਅਭਿਆਸ ਕਰਦੇ ਹਾਂ, ਅਤੇ ਕੱਲ੍ਹ ਨੂੰ ਆਪਾਂ ਫਿਰ ਅੱਗੇ ਵਿਚਾਰਾਂਗੇ ਕਿ ਕੀ ਉਹਨਾਂ ਨੂੰ ਉਪਾਧੀ ਦੇ ਕੇ, ਕਿਹੜਾ ਪਦ ਕਿਵੇਂ ਬਿਰਾਜ ਕੇ ਸੰਸਾਰ ਦੇ ਵਿੱਚ, ਲੋਕ ਦੇ ਵਿੱਚ ਉਹਨਾਂ ਨੂੰ ਭੇਜਿਆ, ਉਹ ਆਪਾਂ ਕੱਲ੍ਹ ਨੂੰ ਵਿਚਾਰ ਕਰਾਂਗੇ।
ਇੱਥੇ ਤੱਕ ਆਪਣੇ ਭੇਜਣ ਦਾ, ਸੰਸਾਰ ਵਿੱਚ ਭੇਜਣ ਦਾ ਅਤੇ ਪਰਮੇਸ਼ਰ ਵੱਲੋਂ ਉਹਨਾਂ ਨੂੰ ਸਮਝਾਉਣ ਦਾ ਵੀ ਕਿਵੇਂ ਕਿਵੇਂ ਅਸੀਂ ਜਿਨ੍ਹਾਂ ਨੂੰ ਸਮਝਾਇਆ, ਗਿਆਨ ਦਿੱਤਾ, ਜਿਨ੍ਹਾਂ ਨੂੰ ਸੋਝੀ ਦਿੱਤੀ, ਜਿਨ੍ਹਾਂ ਨੂੰ ਥਾਪਿਆ, ਉਹਨਾਂ ਨੇ ਆਪਣਾ ਹੀ ਨਾਮ ਜਪਾਇਆ ਸੰਸਾਰ 'ਚ, ਆਪ ਹੀ ਰੱਬ ਬਣ ਕੇ ਬੈਠ ਗਏ। ਪਰ ਪਰਮੇਸ਼ਰ ਦਾ ਮੇਰਾ ਕੋਈ ਗਿਆਨ ਨਹੀਂ ਦਿੱਤਾ, ਨਾ ਮੇਰੀ ਕਿਰਿਆ ਦਾ ਵਿਚਾਰ ਕੀਤੀ, ਮੇਰੇ ਬਾਰੇ ਕਿਸੇ ਨੇ ਕੁਛ ਨਹੀਂ ਦੱਸਿਆ। ਸਾਰਿਆਂ ਨੇ ਆਪਣਾ ਹੀ ਰਸਤਾ ਚਲਾ ਕੇ ਸਿਰਫ ਬੈਰ ਵਿਰੋਧ ਹੀ ਪੈਦਾ ਕੀਤਾ ਹੈ। ਜਿਵੇਂ ਅੱਜ ਆਪਾਂ ਸਾਰੇ ਬੈਰ ਵਿਰੋਧ ਦੇ ਵਿੱਚ ਫਸੇ ਹਾਂ। ਸੋ ਆਓ ਹੁਣ ਆਪਾਂ ਨਾਲ ਨਾਲ ਥੋੜ੍ਹਾ ਅਭਿਆਸ ਵੀ ਕਰੀਏ, ਉਸ ਕਿਰਿਆ ਨੂੰ ਵੀ ਵਿਚਾਰੀਏ ਜਿਹਦੇ ਦੁਆਰਾ ਆਪਾਂ ਉਸ ਜੋ ਸੱਚ ਨਾਮ ਹੈ, ਜੋ ਪ੍ਰਕਾਸ਼ ਹੈ, ਜਿਸ ਨੂੰ ਆਪਾਂ ਦ੍ਰਿੜ ਕਰਨਾ ਹੈ, ਜੋ ਸਾਰਿਆਂ ਦੇ ਅੰਦਰ ਹੈ। ਕਿਵੇਂ ਕਰਨਾ ਹੈ? ਕਿੱਥੇ ਮਾਲਕ ਵਸਦਾ ਹੈ? ਸਾਡੇ ਹਿਰਦੇ ਦੇ ਵਿੱਚ ਅੰਦਰ, ਜਿਸ ਨੂੰ ਕਿਹਾ ਹੈ। ਜਿਹੜਾ ਧਿਆਨ ਸਾਡਾ ਆਮ ਜੀਵਾਂ ਦਾ ਧਿਆਨ, ਜਿਹੜਾ ਮਨਮੁੱਖਾਂ ਦਾ ਧਿਆਨ ਹੈ, ਉਹ ਦੋ ਦ੍ਰਿਸ਼ਟੀ 'ਚ ਹੋ ਕੇ, ਕਿਉਂਕਿ ਦੋ ਤੇ ਇੱਕ ਨਹੀਂ ਹੋਏ। ਜਦੋਂ ਆਪਣਾ ਮਨ ਪ੍ਰਕਾਸ਼ ਹੋ ਜਾਂਦਾ ਹੈ, ਪ੍ਰਕਾਸ਼ ਉਦੋਂ ਹੀ ਹੁੰਦਾ ਹੈ ਜਦੋਂ ਆਪਾਂ ਦੋ ਤੋਂ ਇੱਕ ਹੋ ਸਕਦੇ ਹਾਂ। ਜਿੱਥੇ ਆਪਾਂ ਵੀ, ਕਿਉਂਕਿ ਜਦੋਂ ਆਪਾਂ ਪੜ੍ਹਾਂਗੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ, ਅੱਗੇ ਪੜ੍ਹਦੇ ਜਾਵਾਂਗੇ, ਅਤੇ ਫਿਰ ਸਾਨੂੰ ਪਤਾ ਚੱਲੇਗਾ, ਅਤੇ ਉਹ ਸਮਝਾ ਰਹੇ ਨੇ ਵੀ ਸਾਰਿਆਂ ਦੇ ਵਿੱਚ ਮੈਂ ਵਸਦਾ ਹਾਂ, ਘੱਟ ਘੱਟ ਦੇ ਵਿੱਚ ਮੈਂ ਵਸਦਾ ਹਾਂ, ਲੇਕਿਨ ਗੁਪਤ ਹਾਂ। ਤੁਸੀਂ ਉਸ ਨੂੰ ਪ੍ਰਗਟ ਕਰਨਾ ਹੈ, ਪ੍ਰਕਾਸ਼ ਕਰਨਾ ਹੈ। ਜਦੋਂ ਆਪਣਾ ਮਨ ਪ੍ਰਕਾਸ਼ ਹੋ ਗਿਆ ਅਤੇ ਆਪਾਂ ਇੱਥੇ ਸਾਰੇ ਪਾਸੇ ਹੀ ਉਸ ਪ੍ਰਕਾਸ਼ ਨੂੰ ਦੇਖ ਸਕਦੇ ਹਾਂ, ਅਤੇ ਆਪਾਂ ਖਾਲਸੇ ਬਣ ਸਕਦੇ ਹਾਂ। ਖਾਲਸਾ ਕਦੋਂ ਬਣਦਾ ਹੈ? ਜਦੋਂ ਜੋਤ ਸਾਡੀ ਪ੍ਰਗਟ ਹੋ ਜਾਂਦੀ ਹੈ। ਪੂਰਨ ਜੋਤ ਜਗ੍ਹਾ ਘਟ ਮੈਂ, ਤਬ ਖਾਲਸਤਾ ਹੈ ਨ ਖਾਲਸ ਜਾਣੇ। ਆਓ ਹੁਣ ਆਪਾਂ ਨੇਤਰਾਂ ਨੂੰ ਇੱਥੇ ਸਮ ਕਰਕੇ ਆਪਣੇ ਪ੍ਰਕਾਸ਼ ਰੂਪ ਨੂੰ, ਖਾਲਸ ਰੂਪ ਨੂੰ ਆਪਾਂ ਦੇਖਣਾ ਹੈ। ਆਪਣੇ ਖਾਲਸ ਰੂਪ ਦੇ ਦਰਸ਼ਨ ਕਰਨੇ ਨੇ। ਜੇ ਕੋਈ ਨਵਾਂ ਜੀਵ ਹੈ, ਉਸਨੇ ਵੀ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ, ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਲੇਕਿਨ ਉਹ ਕੀ ਦੇਖੇਗਾ? ਪਹਿਲਾਂ ਆਪਣੇ ਨਖਾਲਸ ਰੂਪ ਨੂੰ ਦੇਖੇਗਾ। ਨਖਾਲਸ ਰੂਪ ਕੀ ਹੈ? ਕਿ ਜਦੋਂ ਸਾਨੂੰ ਇਹ ਦ੍ਰਿਸ਼ਟ ਆਉਂਦਾ ਹੈ, ਨਜ਼ਰ ਆਉਂਦਾ ਹੈ ਮਾਸ ਚਮ, ਫਿਰ ਉਹ ਸਾਡਾ ਨਖਾਲਸ ਰੂਪ ਹੈ, ਜਿਹੜਾ ਆਪਣਾ ਇਤਕਾਲ ਦਾ ਤਮਾਸ਼ਾ ਹੈ, ਸ਼ਕਲ। ਜਦੋਂ ਇਹੀ ਸਾਰਾ ਪ੍ਰਕਾਸ਼ ਹੋ ਜਾਂਦਾ ਹੈ, ਉਹ ਸਾਡਾ ਖਾਲਸ ਰੂਪ ਬਣ ਜਾਂਦਾ ਹੈ। ਆਓ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਕੇ ਆਪਣੇ ਰੂਪ ਨੂੰ ਦੇਖੀਏ। ਆਪਾਂ ਥੋੜ੍ਹਾ ਲੇਟ ਆਪਾਂ ਅਭਿਆਸ ਹੀ ਕਰਾਂਗੇ ਅੱਜ। ਦ੍ਰਿਸ਼ਟੀ ਨੂੰ ਸਮ ਕਰਕੇ ਆਪਣੇ ਆਪ ਨੂੰ ਦੇਖੀਏ। ਆਓ ਨੇਤਰ ਸਮ ਕਰੀਏ। ਧਿਆਨ ਨੀਚੇ ਲੈ ਜਾ, ਰਿਲੈਕਸ ਦੇਖਣਾ ਹੈ, ਜ਼ੋਰ ਨਹੀਂ ਲਗਾਣਾ।
फिर सम करके देखे अपने आप ਨੂੰ। फिर नीचे ले जो ध्यान। सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜੋ ਧਿਆਨ, ਪਲਕਾਂ ਉੱਤੇ ਚੁੱਕ। फिर सामने लेके आओ ध्यान। नीचे ले जो ध्यान। और सम करके देखिए अपने आप को।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਆਪਣਾ ਸਾਧਨਾ ਸਾਧਨੀ ਹੈ, ਮਨ ਨੂੰ ਸਾਧਨਾ ਹੈ। ਇਹ ਭਗਤੀ ਹੈ ਸਾਡੀ, ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਨਾ, ਜਿੱਥੇ ਆਪਣਾ ਜਿਹੜਾ ਮਨ ਹੈ ਦੋ ਜੋਤਾਂ ਤੋਂ ਇੱਕ ਜੋਤ ਹੋ ਜਾਂਦਾ ਹੈ, ਦੋ ਤੋਂ ਇੱਕ ਰੂਪ ਹੋ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ, ਅਸਥੂਲ ਤੋਂ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਜਦ ਦੋ ਜੋਤਾਂ ਦੇ ਵਿੱਚ ਹੈ ਮਨ ਅਸਥੂਲ ਹੋ ਜਾਂਦਾ ਹੈ, ਤੇ ਜਦੋਂ ਫਿਰ ਇੱਕ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ। ਆਪਾਂ ਸਾਰੇ ਘਟ ਘਟ ਦੇ ਵਿੱਚ ਵਸਦਾ ਹੈ ਪਰਮੇਸ਼ਰ। ਤੇ ਜੋ ਅੱਗੇ ਵਿਚਾਰਾਂਗੇ, ਜੋ ਸਾਨੂੰ ਉਪਦੇਸ਼ ਹੈ, ਤਾਂ ਕਿ ਸਾਡੇ ਅੰਦਰੋਂ ਪਰਮ ਨਿਕਲ ਜਾਣ ਕਿ ਗੁਰੂ ਸਾਹਿਬ ਜੀ ਸਿਰਫ ਇਸ ਵਾਸਤੇ ਸੰਸਾਰ 'ਚ ਪ੍ਰਗਟ ਨਹੀਂ ਹੋਏ ਕਿ ਆਪਾਂ ਉਹਨਾਂ ਦੇ ਗੁਰਪੁਰਬ ਮਨਾ ਲਈਏ। ਉਹਨਾਂ ਸਾਨੂੰ ਗਿਆਨ ਇਸ ਵਾਸਤੇ ਦਿੱਤਾ ਕਿ ਆਪਾਂ ਆਪਣੀ ਜੋਤ ਨੂੰ ਜਗਾ ਕੇ ਉਸ ਪ੍ਰਭੂ ਦੇ ਨਾਲ ਭਗਤੀ ਦੇ ਵਿੱਚ ਜੁੜ ਜਾਈਏ, ਆਪਾਂ ਗਵਾ ਕੇ ਉਸ ਦੇ ਵਿੱਚ ਸਮਾ ਜਾਈਏ, ਮੋਕਸ਼ ਪ੍ਰਾਪਤ ਕਰ ਲਈਏ, ਆਪਾਂ ਵੀ ਉਸ ਦੇ ਨਾਦੀ ਪੁੱਤਰ ਬਣ ਜਾਈਏ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਹਿਬਜ਼ਾਦਿਆਂ ਨੂੰ ਵਾਰ ਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪੇ ਪਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਹਜ਼ਾਰਾਂ ਸੀ ਉਦੋਂ, ਲੇਕਿਨ ਭੁੱਲਦੇ ਭੁੱਲਦੇ ਆਪਾਂ ਸਾਰੇ ਹੀ ਉਸ ਮਾਲਕ ਤੋਂ ਵਿਛੜ ਗਏ, ਤੇ ਅਸੀਂ ਕਿੱਥੇ ਜੁੜ ਗਏ? ਭਗਤੀ ਪਰਮੇਸ਼ਰ ਦੀ ਛੱਡ ਕੇ ਸੰਸਾਰ ਦੀ ਭਗਤੀ ਦੇ ਵਿੱਚ ਜੁੜ ਗਏ, ਦੂਜਿਆਂ ਦੀ ਸੇਵਾ ਦੇ ਵਿੱਚ ਜੁੜ ਗਏ, ਲੇਕਿਨ ਪ੍ਰਭੂ ਦੇ ਸੇਵਾ ਦਾ ਸਾਨੂੰ ਗਿਆਨ ਨਹੀਂ ਰਿਹਾ। ਜਿਵੇਂ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਬਿਨ ਸ਼ਬਦੇ ਸਭ ਦੂਜੇ ਲਾਗੇ, ਦੇਖੋ ਹਿਰਦੇ ਵਿਚਾਰ, ਨਾਨਕ ਵੱਡੇ ਸੇ ਬੜ ਭਾਗੀ, ਜਿਨ ਸੱਚ ਰੱਖਿਆ ਉਰ ਤਾਰ। ਗੁਰ ਦੇ ਗਿਆਨ ਤੋਂ ਬਿਨਾਂ ਸਭ ਦੂਜੇ ਨਾਲ ਜੁੜੇ ਨੇ। ਵਿਚਾਰ ਕੇ ਦੇਖ ਲਈਏ, ਜਿਹੜੇ ਜੁੜਦੇ ਨੇ, ਜਿਨ੍ਹਾਂ ਦਾ ਮਨ ਪ੍ਰਕਾਸ਼ ਹੁੰਦਾ ਹੈ, ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਕਿਵੇਂ ਅਸੀਂ ਵੀ ਪਹਿਲਾਂ ਦੂਜੇ ਨਾਲ ਜੁੜੇ ਸੀ। ਸੋ ਆਓ ਹੁਣ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪਾਂ ਸਵੇਰੇ ਕੋਸ਼ਿਸ਼ ਕਰਾਂਗੇ ਕਿ 6 ਤੋਂ 7 ਵਜੇ ਆਪਾਂ ਫਿਰ ਇਹ ਵਿਚਾਰ ਕਰਾਂਗੇ। ਜਿਸ ਦੇ ਕੋਲ ਸਮਾਂ ਹੋਇਆ, ਆਪਾਂ 6 ਵਜੇ ਤੋਂ 7 ਵਜੇ ਤੱਕ ਫਿਰ ਇਹ ਵਿਚਾਰ ਕਰਾਂਗੇ ਬਾਣੀ ਦੀ, ਕਿਉਂਕਿ ਹੋ ਸਕਦਾ ਕੱਲ੍ਹ ਨੂੰ ਸ਼ਾਮ ਨੂੰ ਕਿਸੇ ਪ੍ਰੋਗਰਾਮ 'ਤੇ ਜਾਣਾ ਪਏਗਾ, ਅਤੇ ਫਿਰ ਸ਼ਾਮ ਦੀ ਆਪਣੀ ਵਿਚਾਰ ਨਹੀਂ ਹੋਏਗੀ। ਇਸ ਕਰਕੇ ਕੋਸ਼ਿਸ਼ ਕਰਾਂਗੇ ਆਪਾਂ ਸਵੇਰੇ 6 ਤੋਂ 7 ਵਿਚਾਰ ਕਰ ਲਾਂਗੇ, ਜੋ ਕਿ ਆਪਣੀ ਫੇਸਬੁੱਕ 'ਤੇ ਔਨ ਰਿਕਾਰਡ ਹੋ ਜਾਣੀ ਹੈ। ਫਿਰ ਬਾਅਦ ਅੱਗੇ ਪਿੱਛੇ ਵੀ ਜੀਵ ਸੁਣ ਸਕਦੇ ਨੇ, ਜਿਨ੍ਹਾਂ ਕੋਲ ਸਮਾਂ ਹੋਇਆ ਉਹ ਨਾਲ ਵੀ ਲਾਈਵ ਸੁਣ ਸਕਦੇ ਨੇ, ਤਾਂ ਕਿ ਆਪਾਂ ਵੱਧ ਤੋਂ ਵੱਧ ਵਿਚਾਰ ਵੀ ਕਰ ਸਕੀਏ, ਸਮਝ ਵੀ ਸਕੀਏ, ਅਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਵੀ ਕਰ ਸਕੀਏ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।